दास गुर हृदय ध्यावा। श्री गुरु रामदास गुण गावा। श्री अर्जन विघ्नन के नाशक। हर गोबिंद शुभ सुमत प्रकाशक। श्री हर राय नमो कर जोरी। गुर हर कृष्ण मनाए बहोरी। तेग बहादुर पदम कृपाला। श्री गुरु गोबिंद सिंह विशाला। तरों तरा पर पुन पुन सीसा। बंदों बार बार जगदीशा। जिसमें अमृत ज्ञान है। माणक भगत बैराग। श्री गुरु ग्रंथ साहिब उदद। बंदों कर अनुराग। एकंकारा सतगुरु तेह प्रसाद सच होए। वाहिगुरु जी की फतेह है। बिगड़ विनाशन सोए। वाहिगुरु जी की फतेह है। बिगड़ विनाशन सोए। सतनाम वाहिगुरु साहिब जी। दोहरा खान पान पर रातो किरपयंत कर सोए। उतरे करे सुख तुझे होते व्यापारी कोए। वाहिगुरु जी का खालसा वाहिगुरु जी की फतेह। गुरु गरीब निवाज शहीदां दे सरताज। बाणी के बोधित नम्रता के सागर बैठ बोलड़े स्वामी। धन 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 श्री गुरु अर्जन देव साहिब सच्चे पातशाह जी ਅਤੇ ਮੇਰੀ ਪੀਰੀ ਦੇ ਮਾਲਕ ਵੱਡ ਯੋਧਾ ਬਹੁ ਪਰਉਪਕਾਰੀ ਸ਼ਹਿਨशाह ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਸੱਚੇ ਪਾਤਸ਼ਾਹ। ਤਿਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪ ਸਿੱਖ ਸੰਗਤਾਂ ਬੜੀ ਭਾਵਨਾ ਸਹਿਤ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸਜੇ ਹੋਏ ਹਨ। ਰੱਬੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਜਿੱਥੇ ਬੇਅੰਤ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਦਿਆਂ ਹੋਇਆਂ ਆਪਣੇ ਆਪ ਨੂੰ ਭਾਗਾ ਵਾਲਾ ਬਣਾਉਂਦੀਆਂ ਨੇ, ਉੱਥੇ ਹੀ ਸਤਿਗੁਰੂ ਜੀ ਰਹਿਮਤ ਕਰਦੇ ਨੇ ਨਿਤਾ ਪ੍ਰਤੀ ਆਪਣੀਆਂ ਸਿੱਖ ਸੰਗਤਾਂ ਦੇ ਪਾਸੋਂ ਆਪਣੇ ਦਰ ਘਰ ਦੀਆਂ ਸੇਵਾਵਾਂ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਲੈਂਦੇ ਹਨ। ਜਿੱਥੇ ਸਿੱਖ ਸੰਗਤਾਂ ਜੋੜਾ ਘਰ ਸੇਵਾ ਕਰਦੀਆਂ, ਸਫਾਈ ਦੀ ਸੇਵਾ ਚੱਲਦੀ ਹੈ, ਹਰ ਵੇਲੇ
ਛਬੀਲ ਵਰਤਦੀ ਹੈ, ਠੰਡਾ ਜਲ ਵਰਤਦਾ ਹੈ। ਸਤਿਗੁਰੂ ਜੀ ਨੇ ਸਾਰਿਆਂ 'ਤੇ ਕਿਰਪਾ ਕੀਤੀ, ਆਪਣੀ ਸੇਵਾ ਦੇ ਵਿੱਚ ਲਾਇਆ। ਭਾਗਾਂ ਵਾਲੇ ਨੇ ਉਹ ਜੀਵ ਜਿਹੜੇ ਕਿਸੇ ਸਵਾਰਥ ਕਰਕੇ, ਕਿਸੇ ਕਾਮਨਾ ਕਰਕੇ ਜਾਂ ਨਿਰਸਵਾਰਥ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸਤਿਗੁਰੂ ਰਹਿਮਤ ਕਰੇ, ਸਭ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਕਰੇ। ਪਾਤਸ਼ਾਹ ਲੰਗਰ ਵਰਤਦਾ ਹੈ, ਜਿੱਥੇ ਉਹ ਭੈਣਾਂ, ਉਹ ਬੀਬੀਆਂ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਰੋਜ਼ੀ ਰੋਟੀ ਦਾ ਆਹਰ ਵੀ ਨਾਲ ਦਿੱਤਾ ਹੈ, ਉਹ ਸੇਵਾਵਾਂ ਨਿਭਾਉਂਦੀਆਂ ਨੇ। ਅੰਤਾਂ ਦੀ ਗਰਮੀ ਦੇ ਵਿੱਚ ਵੀ ਲੋਹ ਦੇ ਉੱਤੇ ਬਹਿਣਾ ਪ੍ਰਸ਼ੰਸਾ ਕਰਨੀ ਬਣਦੀ ਹੈ। ਉੱਥੇ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਹੋਰ ਵੀ ਸੇਵਾ ਦੇ ਤੌਰ 'ਤੇ ਆ ਕੇ ਨਾਲ ਸੇਵਾ ਕਰਦੀਆਂ। ਗੁਰੂ ਸਾਰਿਆਂ ਦੀ ਝੋਲੀ 'ਚ ਗੁਰਸਿੱਖੀ ਪਾਈ। ਇਹ ਬੇਨਤੀ ਮੈਂ ਤਾਂ ਕਰਕੇ ਸੇਵਾ ਸੰਬੰਧੀ ਉਚੇਚੇ ਤੌਰ 'ਤੇ ਕਰ ਰਿਹਾ, ਕਿਉਂਕਿ ਤੁਸੀਂ ਰੋਜ਼ਾਨਾ ਵੇਖਦੇ ਹੋ ਜਦੋਂ ਆਪਾਂ ਦਰਬਾਰ 'ਚੋਂ ਮੱਥਾ ਟੇਕ ਕੇ ਬਾਹਰ ਨਿਕਲਦੇ ਹਾਂ, ਤੁਸੀਂ ਵੇਖਿਆ ਹੋਣਾ ਰੇਤ ਦੇ ਤੋੜੇ ਭਰ ਭਰ ਕੇ ਬਾਹਰ ਢੇਰ ਲੱਗਾ ਹੈ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਇਹ ਪਾਵਨ ਪਵਿੱਤਰ ਅਸਥਾਨ ਇਤਿਹਾਸ 'ਤੇ ਹੀ ਹੈ ਨਾ। ਸਤਿਗੁਰਾਂ ਨੇ ਖੂਹ ਲਾਇਆ ਇੱਥੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਗਮਨ ਦੀ ਖੁਸ਼ੀ ਵਿੱਚ ਖੂਹ ਲਾਇਆ ਮੇਰੇ ਸਾਹਿਬਾਂ। ਉਸ ਖੂਹ ਨੂੰ ਕਿਉਂਕਿ ਸਮਾਂ ਪਾ ਕੇ ਉਹਦਾ ਪਾਣੀ ਦਾ ਲੈਵਲ ਥੱਲੇ ਚਲਿਆ ਗਿਆ ਅਤੇ ਖੂਹ ਚੱਲਣਾ ਬੰਦ ਹੋ ਗਿਆ, ਉਹਦੇ 'ਚੋਂ ਪਾਣੀ ਨਿਕਲਣਾ ਬੰਦ ਹੋ ਗਿਆ। ਪਰ ਸਤਿਗੁਰਾਂ ਨੇ ਰਹਿਮਤ ਕੀਤੀ, ਦੁਬਾਰਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ ਅਤੇ ਕਾਰ ਸੇਵਾ ਵਾਲੇ ਮਹਾਂਪੁਰਖ, ਉਹਨਾਂ ਦਾ ਵੀ ਧੰਨਵਾਦ। ਜਿਹੜੇ ਸਿੱਖ ਸੰਗਤਾਂ ਵੀਰ ਭਰਾ ਸੇਵਾ ਕਰ ਰਹੇ, ਉਹਨਾਂ ਦਾ ਵੀ ਧੰਨਵਾਦ। ਜਿਹੜੇ ਇਸ ਆਹਰ ਦੇ ਵਿੱਚ ਲੱਗੇ ਹੋਏ ਨੇ, ਇਸ ਗਰਮੀ ਦੇ ਵਿੱਚ ਥੱਲਿਓਂ ਧਰਤੀ ਨੂੰ ਖੋਦਣਾ, ਮਸ਼ੱਕਤ ਕਰਨੀ, ਮਿਹਨਤ ਕਰਨੀ, ਜਿੱਥੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਬੜੀ ਵੱਡੀ ਘਾਲਣਾ ਸਤਿਗੁਰੂ ਦੀ ਕਿਰਪਾ ਕਰਕੇ ਕਰਵਾ ਰਹੇ ਨੇ, ਅਤੇ ਇਹ ਜ਼ਰੂਰੀ ਸੀ, ਬਹੁਤ ਜ਼ਰੂਰੀ ਸੀ ਸਾਡੇ ਵਾਸਤੇ। ਅਸੀਂ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕਦੇ ਹਾਂ ਕਿ ਇਹ ਖੂਹ ਉਦੋਂ ਤੋਂ ਚੱਲਦਾ ਆ ਰਿਹਾ ਹੈ ਸਾਡਾ। ਇਹ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੀ ਰਹਿਮਤ ਦਾ ਸਦਕਾ ਚੱਲ ਰਿਹਾ ਹੈ। ਜ਼ਰੂਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸੇਵਾ ਨੂੰ ਭਾਗ ਲਾਉਣਗੇ। ਇਹ ਮਸ਼ੱਕਤ ਕੀਤੀ ਹੋਈ ਘਾਲੀ ਹੋਈ ਘਾਲਣਾ ਜਿਹੜੀ ਅਜਾਈ ਨਹੀਂ ਜਾਏਗੀ, ਜ਼ਰੂਰ ਰੰਗ ਭਾਗ ਲੱਗਣਗੇ। ਸਤਿਗੁਰੂ ਕਿਰਪਾ ਕਰਨ, ਸਾਰੇ ਜਿਹੜੇ ਜਿੱਥੇ ਜਿੱਥੇ ਵੀ ਸੇਵਾ ਵਿੱਚ ਲੱਗੇ ਆ, ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਆਪਣੇ ਦਰ ਘਰ ਦੇ ਨਾਲ ਇਸੇ ਪ੍ਰਕਾਰ ਜੋੜੀ ਰੱਖਣ। ਹਰ ਸੇਵਾਦਾਰ ਦਾ, ਸੇਵਾ ਕਰਨ ਵਾਲੇ ਦਾ ਵਿਸ਼ਵਾਸ ਗੁਰੂ ਚਰਨਾਂ ਦੇ ਉੱਤੇ ਇਸੇ ਪ੍ਰਕਾਰ ਵੱਜਾ ਰਵੇ, ਇਹ ਦਿਲੀ ਅਰਦਾਸ ਹੈ। ਪਾਤਸ਼ਾਹ ਸਭ ਦੀ ਝੋਲੀ 'ਚ ਸੇਵਾ ਤੇ ਸਿਮਰਨ ਦੀ ਦਾਤ ਪਾਉਣ। ਸੰਗਤ ਜੀ, ਸਮਾਂ ਹੈ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਨ ਦਾ। ਲੜੀਵਾਰ ਇਤਿਹਾਸ ਦੇ ਪੱਤਰੇ ਫਰੋਲਦਿਆਂ ਕਲਗੀਧਰ ਸਾਹਿਬ ਸਰਬੰਸ ਦਾਨੀ ਪਾਤਸ਼ਾਹ ਨੂੰ ਚੇਤੇ ਕਰ ਰਹੇ ਹਾਂ। ਕਲਗੀਧਰ ਸਤਿਗੁਰੂ ਜੀ ਦੀ ਉਹ ਗਾਥਾ ਚੱਲ ਰਹੀ ਹੈ, ਜਿਹਦੇ ਵਿੱਚ ਬਠਿੰਡੇ ਦੀ ਧਰਤੀ ਨੂੰ ਮੇਰੇ ਸਾਹਿਬ ਭਾਗ ਲਾ ਰਹੇ ਆ। ਨੇੜੇ ਤੇੜੇ ਦੇ ਨਗਰਾਂ ਦੇ ਵਿੱਚ ਜਾ ਕੇ ਮੇਰੇ ਸਤਿਗੁਰੂ ਜੀ ਚਿਰਾਂ ਤੋਂ ਜੀਵ ਜਿਹੜੇ ਭਟਕ ਰਹੇ ਸੀ, ਜਿਵੇਂ ਆਪਾਂ ਕੱਲ੍ਹ ਸਾਖੀ ਸਰਵਣ ਕੀਤੀ, ਮੇਰੇ ਸਾਹਿਬਾਂ ਬਠਿੰਡੇ ਦੇ ਕਿਲ੍ਹੇ ਵਿੱਚ ਪਹੁੰਚੇ। ਉੱਥੇ ਕਾਣੇ ਦੈਂਤ ਦਾ ਬੜਾ ਰੌਲਾ ਸੀ, ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ, ਧਰਤੀ ਨਹੀਂ ਸੀ ਵਸਣ ਦਿੰਦਾ, ਆਬਾਦ ਨਹੀਂ ਸੀ ਹੋਣ ਦਿੰਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਦਾ ਉਧਾਰ ਕੀਤਾ, ਉਹਨੂੰ ਉੱਥੋਂ ਕੱਢਿਆ, ਲੋਕਾਂ ਨੂੰ ਭਰੋਸਾ ਦਿਵਾਇਆ, ਭਈ ਇਹ ਕੇਵਲ ਉਹਨਾਂ ਨੂੰ ਹੀ ਅਵਗਤ ਰੂਹਾਂ ਤੰਗ ਕਰਦੀਆਂ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ। ਫਿਰ ਸਤਿਗੁਰਾਂ ਨੇ ਰਹਿਮਤ ਕੀਤੀ, ਉਹ ਝੋਟਾ, ਉਹ ਸਾਹਣ ਜਿਹੜਾ ਪੰਗੋਹਰ ਨਗਰ ਦੇ ਵਿੱਚ ਸੀ, ਲੋਕਾਂ ਨੂੰ ਤੰਗ ਕਰਦਾ, ਲੋਕਾਂ ਦੇ ਪਸ਼ੂਆਂ ਨੂੰ ਮਾਰਦਾ ਸੀ, ਬੰਦਿਆਂ ਨੂੰ ਸੱਟਾਂ ਲਾ ਦਿੰਦਾ ਸੀ, ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਪਾਤਸ਼ਾਹ ਨੇ ਆਪਣੇ ਸਿੰਘ ਭੇਜੇ, ਉਹ ਪਕੜ ਕੇ ਲੈ ਕੇ ਆਏ। ਜਿੱਥੇ ਉਹ ਪਕੜ ਕੇ ਲੈ ਕੇ ਆਏ, ਉੱਥੇ ਸੂਰਮਿਆਂ ਦੀ ਸੂਰਮਤਾਈ ਵੀ ਮੇਰੇ ਸਤਿਗੁਰਾਂ ਨੇ ਪਰਖੀ ਕਿ ਇੱਕ ਕਰੜਾ ਮਾਸ, ਚੰਗੀ ਮੋਟੀ ਧੌਣ ਝੋਟੇ ਦੀ ਇੱਕੇ ਵਾਰ ਦੇ ਵਿੱਚ ਲਾ ਦੇਣੀ, ਇਹ ਉਸ ਵੇਲੇ ਦੇ ਸਿੰਘਾਂ ਦੇ ਸ਼ਸਤਰਾਂ ਦੇ ਅਭਿਆਸ ਦੀ ਵੀ ਗਵਾਹੀ ਭਰਦੀ ਹੈ। ਫਿਰ ਇੱਕ ਜਾਣੇ ਨਹੀਂ, ਗੋਦੜੀਏ ਸਿੱਖ ਨੇ ਇਕੱਲੇ ਜਾਣੇ ਨੇ ਚੁੱਕ ਕੇ ਇੱਦਾਂ ਥੱਲੇ ਸੁੱਟ ਦਿੱਤਾ ਉੱਚੇ ਥਾਂ ਤੋਂ, ਜਿਵੇਂ ਕੋਈ ਬੱਚਿਆਂ ਦੀ ਖਿੱਦੋ ਹੋਵੇ। ਇਹ ਕੋਈ ਛੋਟੀ ਮੋਟੀ ਬਾਤ ਨਹੀਂ। ਉਸ ਵੇਲੇ ਸਰੀਰਕ ਤੌਰ ਦੇ ਉੱਤੇ ਵੀ ਕਿੰਨੇ ਰਿਸ਼ਟ ਪੁਸ਼ਟ ਸਨ ਕਲਗੀਧਰ ਸਤਿਗੁਰਾਂ ਦੇ ਸਿੰਘ। ਇਹ ਸਾਖੀਆਂ ਗਵਾਹੀ ਭਰ ਰਹੀਆਂ ਨੇ। ਕਲਗੀਧਰ ਸਤਿਗੁਰਾਂ ਨੇ ਉਸ ਝੋਟੇ ਦਾ ਉਧਾਰ ਕੀਤਾ।
ਲਾਮ ਲਸ਼ਕਰ ਲੈ ਕੇ ਪਾਤਸ਼ਾਹ ਕਹਿੰਦੇ ਤਿੱਤਰ ਹੋ ਜਾ ਇੱਥੋਂ, ਛੱਡ ਦੇ ਖੜਾ ਇੱਥੋਂ ਦਾ। ਕਿੱਥੇ ਜਾਵਾਂ ਜੀ? ਸਾਹਿਬ ਕਹਿੰਦੇ ਸਰਹੰਦ ਦੀ ਧਰਤੀ ਤੇ ਚਲਿਆ ਜਾ। ਕਵੀ ਜੀਆਂ ਦੇ ਮੁਤਾਬਕ ਉਹ ਫਿਰ ਨਿਕਲਿਆ, ਸਾਹਿਬਾਂ ਦੀ ਕਿਰਪਾ ਦੇ ਨਾਲ ਉੱਥੋਂ ਰਵਾਨਾ ਹੋਇਆ। ਅਗਲੀ ਸਾਖੀ ਵਿਚਾਰਾਂਗੇ, ਗੁਰੂ ਸਾਹਿਬ ਕਿਰਪਾ ਕਰਨ, ਆਪ ਵਿੱਚ ਵਰਤਨ, ਇਹ ਉਹਦੀ ਵਡਿਆਈ ਆ, ਉਹਦੇ ਬਿਨਾਂ ਇਹਨੂੰ ਕੋਈ ਜਾਣ ਨਹੀਂ ਸਕਦਾ। ਤੁਮਰੀ ਗਤ ਮਿੱਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਪਾਤਸ਼ਾਹ ਆਪ ਕਿਰਪਾ ਕਰਕੇ ਵਿੱਚ ਵਰਤੋ। ਗੁਰਮਤਿ ਅਨੁਸਾਰ ਬੋਲ, ਸਿੱਖ ਸੰਗਤ ਦੇ ਵਿੱਚ ਸਾਂਝੀ ਆਪ ਹੀ ਕਰਵਾ ਲਓ, ਤੇ ਤੁਹਾਡਾ ਇਤਿਹਾਸ ਸਾਡੇ ਹਿਰਦਿਆਂ 'ਚ ਵਸੇ। ਅਸੀਂ ਇਹਦੇ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਆਓ ਸੰਗਤ ਜੀ, ਮਨ ਚਿੱਤ ਬਿਰਤੀ ਨੂੰ ਇਕਾਗਰ ਕਰੀਏ, ਰਸਨਾ ਪਵਿੱਤਰ ਕਰੋ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਸਾਰੇ ਹੀ ਉਚਾਰਨ ਕਰੋ ਜੀ। ਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਦੋਹਰਾ ਖਾਨ ਬਾਨ ਕਰ ਰਾਤ ਕੋ ਥਿਰ ਪਰੇ ਅੰਕ ਪਰ ਸੋਏ, ਉਤਰੇ ਤਰੇ ਸੋ ਦੁਰਗ ਕੇ ਮੁਤੇ ਵਪਾਰੀ ਕੋਏ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਸ ਝੋਟੇ ਦੀ ਗਤੀ ਕੀਤੀ, ਉਹਦਾ ਉਧਾਰ ਕੀਤਾ, ਲੋਕਾਂ ਨੂੰ ਸੁਖੀ ਕੀਤਾ ਜਿਹੜੇ ਫਰਿਆਦਾਂ ਕਰਦੇ ਸੀ। ਸਤਿਗੁਰਾਂ ਨੇ ਬਠਿੰਡੇ ਦੇ ਕਿਲੇ ਦੇ ਵਿੱਚੋਂ ਉਸ ਕਾਣੇ ਦੈਂਤ ਨੂੰ ਤੇ ਉਹਦਾ ਭਰਾ ਜਿਹੜਾ ਜਿਹਨੂੰ ਟੁੰਡਾ ਦੈਂਤ ਕਹਿੰਦੇ ਸੀ, ਜਿਹਦੀ ਬਾਂਹ ਟੁੱਟੀ ਹੋਈ, ਉਹਦਾ ਸਾਰਾ ਲਾਮ ਲਸ਼ਕਰ ਉੱਥੋਂ ਕੱਢ ਦਿੱਤਾ ਬਾਹਰ। ਜਦੋਂ ਉੱਥੋਂ ਰਵਾਨਾ ਹੋਇਆ, ਕਲਗੀਧਰ ਸਤਿਗੁਰਾਂ ਦੇ ਸਿੰਘਾਂ ਪਾਣੀ ਤਿਆਰ ਕੀਤਾ, ਸਾਹਿਬਾਂ ਨੂੰ ਛਕਾਇਆ। ਕਲਗੀਧਰ ਸਤਿਗੁਰਾਂ ਨੇ ਛਕਿਆ, ਸਿੱਖਾਂ ਨੇ ਛਕਿਆ, ਤੇ ਬੜੇ ਆਰਾਮ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਪਲੰਗ ਦੇ ਉੱਤੇ ਸ਼ੋਭਨੀਕ ਹੋ ਗਏ, ਬਿਰਾਜਮਾਨ ਹੋ ਗਏ, ਆਰਾਮ ਕਰਨ ਲੱਗੇ। ਇਸੇ ਕਿਲੇ ਦੇ ਵਿੱਚ ਸੱਸੀ ਪੁੰਨੂ ਦੇ ਨਾਲ ਸੰਬੰਧਿਤ ਜਿਹੜੀਆਂ ਕਾਫੀਆਂ, ਜਿਹੜੇ ਕਿੱਸੇ ਸਾਨੂੰ ਪ੍ਰਾਪਤ ਹੁੰਦੇ ਨੇ, ਇੱਥੇ ਸਤਿਗੁਰਾਂ ਨੇ ਉਹਨੂੰ ਸ਼ੁੱਧ ਭਾਵ ਦੇ ਵਿੱਚ ਲਿਆਇਆ। ਸ਼ੁੱਧ ਭਾਵ ਤੋਂ ਭਾਵ ਇੱਥੇ ਮਲੀਨਤਾ ਨਹੀਂ, ਇੱਥੇ ਅਸ਼ਲੀਲਤਾ ਨਹੀਂ ਜਾਂ ਵਿਕਾਰ ਬਿਰਤੀ ਨਾਲ ਨਹੀਂ, ਇੱਥੇ ਕੇਵਲ ਉਹਨਾਂ ਦੋਵਾਂ ਦੇ ਆਪਸੀ ਪ੍ਰੇਮ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਬਿਆਨ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਆ, ਲੈਲਾ ਮਜਨੂ ਆਸ਼ਕੀ। ਉੱਥੇ ਉਹ ਜ਼ਿਕਰ ਕਰਦੇ ਨੇ ਉਸ ਵਾਰ ਦੇ ਵਿੱਚ, ਨਾ ਉਹਨਾਂ ਦਾ ਵਰਤਦੇ ਆ, ਪਰ ਅਖੀਰ ਨੂੰ ਆ ਕੇ ਕਹਿੰਦੇ ਜਿਹੜੇ ਭਗਤ ਨੇ ਉਸ ਪਰਮਾਤਮਾ ਦੇ, ਉਹ ਪਰਮਾਤਮਾ ਨਾਲ ਪ੍ਰੇਮ ਕਰਦੇ ਆ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ। ਉਦਾਹਰਨ ਬਾਹਰੀ ਤੌਰ ਤੇ ਲੈ ਲਈ, ਜੋ ਲੋਕਾਂ ਦੇ ਵਿੱਚ ਵਿਚਰ ਰਿਹਾ ਸੀ, ਜੋ ਲੋਕਾਂ ਦੇ ਵਿੱਚ ਵਰਤ ਰਿਹਾ ਸੀ, ਜੋ ਲੋਕਾਂ ਦੀ ਜ਼ੁਬਾਨ ਦੇ ਉੱਤੇ ਗੱਲਾਂ ਚੜੀਆਂ ਹੋਈਆਂ ਸਨ, ਉਦਾਹਰਨ ਉਹ ਲੈ ਲਈ ਤੇ ਜੋੜਿਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ। ਇਹ ਸਿਧਾਂਤ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਵਰਤਿਆ। ਮੇਰੇ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਮਰ ਜਾਂਦਾ ਆ, ਉਹਦੀ ਹਾਲਾਤ ਇਦਾਂ ਦੀ ਹੋ ਜਾਂਦੀ ਆ ਜਿਵੇਂ ਕਿਸੇ ਅਮਲੀ ਨੂੰ ਅਮਲ ਨਹੀਂ ਮਿਲਦਾ ਤੇ ਉਹਦੀ ਉਹ ਹਾਲਾਤ ਹੁੰਦੀ ਆ। ਉੱਥੇ ਸਤਿਗੁਰੂ ਜੀ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਵਾਸਤੇ ਸਾਨੂੰ ਜਿਹੜਾ ਵਾ ਉਹ ਗਾਈਡ ਨਹੀਂ ਕਰ ਰਹੇ, ਉੱਥੇ ਸਾਨੂੰ ਇੱਕ ਉਦਾਹਰਣ ਦੇ ਰਹੇ ਆ ਮੇਰੇ ਪਾਤਸ਼ਾਹ ਜੀ ਕਿ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਜਿਵੇਂ ਅਮਲੀ ਨੂੰ ਤੋਟ ਲੱਗੀ ਹੋਵੇ ਤੇ ਉਹ ਬਿਹਾਲ ਹੋ ਜਾਂਦਾ ਆ, ਮੱਛੀ ਨੂੰ ਪਾਣੀ ਚੋਂ ਬਾਹਰ ਕੱਢ ਦਿਓ, ਉਹ ਬਿਹਾਲ ਹੋ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਵਾ, ਉਹਦੀ ਇਹਨਾਂ ਨਾਲੋਂ ਵੀ ਬੁਰੀ ਹਾਲਾਤ ਹੋ ਜਾਂਦੀ ਆ, ਜਿਹਨੂੰ ਭਗਤ ਫਰੀਦ ਸਾਹਿਬ ਜੀ ਆਖਦੇ ਆ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਬਿਹਾਏ। ਕਿ ਮੈਂ ਤੇ ਕੁਝ ਸਮੇਂ ਵਾਸਤੇ ਉਹਦਾ ਚਿੰਤਨ ਨਹੀਂ ਕਰ ਪਾਇਆ, ਕੁਝ ਸਮਾਂ ਉਹਦੀ ਭਗਤੀ, ਉਹਦੀ ਇਬਾਦਤ ਬੰਦਗੀ ਨਹੀਂ ਕੀਤੀ, ਤੇ ਮੈਨੂੰ ਐਵੇਂ ਲੱਗਦਾ ਕਿ ਮੇਰੇ ਸਰੀਰ ਵਿੱਚ ਜਾਨ ਨਹੀਂ। ਇਹਨੂੰ ਆਪਾਂ ਆਸਾ ਕਿ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਵੀ ਸਰਵਣ ਕਰਦੇ ਹਾਂ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਹੁਣ ਸਤਿਗੁਰੂ ਸਾਹਿਬ ਮਹਾਰਾਜ ਇਹਨਾਂ ਉਦਾਹਰਨਾਂ ਨੂੰ ਸ਼ੁੱਧ ਭਾਵ ਵਿੱਚ ਲੈ ਰਹੇ ਕਿ ਜਿਵੇਂ ਅਮਲੀ ਦੀ ਹਾਲਾਤ ਅਮਲ ਬਿਨਾਂ ਮਾੜੀ ਹੋ ਜਾਂਦੀ ਆ, ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ ਉਹ ਨਹੀਂ ਰਹਿ ਸਕਦਾ।
ਆਪਣੇ ਪਰਮਾਤਮਾ ਦੀ ਭਗਤੀ ਕਰਨ ਤੋਂ ਬਗੈਰ। ਹੁਣ ਇੱਥੇ ਸੱਸੀ ਪੁੰਨੂ ਦਾ ਜ਼ਿਕਰ ਆਇਆ ਹੈ ਤੇ ਇਹਨੂੰ ਆਪਾਂ ਸ਼ੁੱਧ ਭਾਵ ਦੇ ਵਿੱਚ ਲੈਣ ਦਾ ਯਤਨ ਕਰਨਾ ਹੈ। ਇਹਨੂੰ ਮਿਜ਼ਾਜੀ ਇਸ਼ਕ ਵਾਲੇ ਪਾਸੇ ਨਹੀਂ, ਸਗੋਂ ਆਸਾ ਕੀ ਵਾਰ ਜਿਸ ਇਸ਼ਕ ਤੇ ਜਿਸ ਆਸ਼ਕ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਆ, ਆਪਾਂ ਉਧਰਲੇ ਪਾਸੇ ਹਕੀਕੀ ਇਸ਼ਕ ਵਾਲੇ ਪਾਸੇ ਤੁਰਨਾ ਆ। ਕਿਉਂਕਿ ਜਦੋਂ ਇਹ ਲਫ਼ਜ਼ ਬਹੁਤ ਬਦਨਾਮ ਹੋ ਚੁੱਕੇ ਨੇ, ਜਦੋਂ ਲਫ਼ਜ਼ ਕੋਈ ਬਦਨਾਮ ਹੋ ਜਾਂਦਾ ਹੈ ਕਿ ਸ਼ਬਦ ਆਪਾਂ ਅਕਸਰ ਹੀ ਵਰਤਦੇ ਹਾਂ, ਫਲਾਣੇ ਦਾ ਬੜਾ ਜਲੂਸ ਨਿਕਲਿਆ। ਹੁਣ ਜਲੂਸ ਸ਼ਬਦ ਬੜਾ ਸ਼ੁੱਧ ਸ਼ਬਦ ਸੀ ਜਦੋਂ ਕਿਸੇ ਰਾਜੇ ਨੇ ਆਪਣੇ ਦਰਬਾਰ ਚੋਂ ਨਿਕਲਣਾ, ਜਦੋਂ ਉਹਦੀ ਸੈਨਾ ਸ਼ਕਤੀ ਨੇ ਉਹਦੇ ਨਾਲ ਨਿਕਲਣਾ, ਜਦੋਂ ਆਪਣਾ ਲਾਮ ਲਸ਼ਕਰ ਉਹਨੇ ਨਾਲ ਲੈ ਕੇ ਨਿਕਲਣਾ, ਤੇ ਲੋਕੀ ਕਹਿੰਦੇ ਸੀ ਰਾਜੇ ਦਾ ਜਲੂਸ ਨਿਕਲਣਾ ਆ, ਭਾਵ ਅੱਜ ਉਹਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਆ ਬਾਹਰ। ਉਹ ਸ਼ੁਭ ਭਾਵ ਦੇ ਵਿੱਚ ਸੀ, ਪਰ ਸਮਾਂ ਪਾ ਕੇ ਉਹ ਸ਼ਬਦ ਇੰਨਾ ਕੁ ਬਦਨਾਮ ਹੋ ਗਿਆ। ਅੱਜ ਜਦੋਂ ਕਿਸੇ ਬੰਦੇ ਦੀ ਬੇਇੱਜ਼ਤੀ ਹੁੰਦੀ ਆ ਤੇ ਉਦੋਂ ਇਹ ਸ਼ਬਦ ਵਰਤਿਆ ਜਾਣ ਲੱਗ ਪਿਆ ਜੀ ਫਲਾਣੇ ਦਾ ਬੜਾ ਜਲੂਸ ਨਿਕਲਿਆ। ਉਹ ਅਰਥ ਗਲਤਾਂ ਦੇ ਵਿੱਚ ਚਲ ਗਿਆ। ਜਿਵੇਂ ਮਸੰਦ ਸ਼ਬਦ ਬੜਾ ਪਵਿੱਤਰ ਸੀ, ਮਸੰਦ ਤੋਂ ਮਤਲਬ ਮਸ ਨਦ ਮੰਜੀ ਤੇ ਬਹਿ ਕੇ ਪ੍ਰਚਾਰ ਕਰਨ ਵਾਲਾ, ਸੰਗਤ ਚੋਂ ਕਾਰ ਭੇਟਾ ਇਕੱਠੀ ਕਰਨ ਵਾਲਾ ਤੇ ਗੁਰੂ ਘਰ ਪਹੁੰਚਾਉਣ ਵਾਲਾ ਸ਼ਬਦ ਪਵਿੱਤਰ ਸੀ, ਪਰ ਉਹਨਾਂ ਬੰਦਿਆਂ ਦੀਆਂ ਕਰਤੂਤਾਂ ਨੇ ਉਹ ਸ਼ਬਦ ਵੀ ਮਲੀਨ ਕਰ ਦਿੱਤਾ। ਹੁਣ ਅਕਸਰ ਹੀ ਸ਼ਬਦ ਵਰਤ ਦਿੱਤਾ ਜਾਂਦਾ, ਜਿਹੜਾ ਕੋਈ ਸਾਨੂੰ ਲੱਗਦਾ ਹੈ ਕਿ ਵੱਧ ਇਖਲਾਕ ਗੁਰਦੁਆਰੇ ਦੇ ਵਿੱਚ ਆ, ਅਸੀਂ ਉਹਦੇ ਲਈ ਮਸੰਦ ਸ਼ਬਦ ਵਰਤ ਦਿੰਦੇ ਆ, ਕਿਉਂਕਿ ਸਾਡੀ ਸੁਰਤ ਵਿੱਚ ਉਹ ਚੀਜ਼ਾਂ ਘਰ ਕਰ ਚੁੱਕੀਆਂ। ਹੁਣ ਜਿਹੜੀ ਬੇਨਤੀ ਤੁਹਾਡੇ ਚਰਨਾਂ 'ਚ ਕਰਨ ਲੱਗਾ ਕਿ ਜਿਵੇਂ ਆਸ਼ਕੀ ਦੀ ਗੱਲ, ਇਸ਼ਕ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਰਦੇ ਆ, ਭਗਤ ਫਰੀਦ ਸਾਹਿਬ ਰੱਬੀ ਬਾਣੀ 'ਚ ਕਰਦੇ ਆ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਸਾਹਿਬ ਆਖਦੇ ਆ ਆਸ਼ਕ ਇਹ ਨਾ ਆਖੀਆ ਜੇ ਲਿਖਿਆ ਵਰਤੈ ਸੋਏ, ਮੰਦਾ ਮੰਦਾ ਕਰ ਮੰਨੈ ਚੰਗਾ ਚੰਗਾ ਹੋਏ। ਆਸ਼ਕ ਇਹ ਨਾ ਆਖੀਆ ਜੇ ਲਿਖਿਆ ਵਰਤੈ ਸੋਏ। ਨਾਨਕ ਆਸ਼ਕ ਕਾਂਢੀਐ ਸਦ ਹੀ ਰਹਿ ਸਮਾਏ। ਆਸ਼ਕ ਤੇ ਉਹ ਆ ਜਿਹੜਾ ਆਪਣੇ ਕਰਤੇ ਦਾ ਹੋ ਜਾਏ, ਜਿਹਦੇ ਨਾਲ ਉਹ ਪ੍ਰੇਮ ਕਰਦਾ, ਜਿਹਦੇ ਨਾਲ ਨੇਹ ਕਰਦਾ, ਬਸ ਉਹਦੇ ਤੋਂ ਬਾਹਰ ਹੀ ਨਾ ਹੋਵੇ। ਇੱਥੇ ਹਕੀਕੀ ਇਸ਼ਕ ਦੀ ਬਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਿੰਤਨ ਦੀ, ਉਹਦੀ ਭਗਤੀ ਦੀ, ਉਹਦੇ ਨਾਲ ਪ੍ਰੇਮ ਦੀ ਗੱਲ ਆ, ਜਿਹਨੂੰ ਕਲਗੀਧਰ ਪਾਤਸ਼ਾਹ ਆਖਦੇ ਆ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਰਾਤ ਪੈ ਗਈ, ਕਲਗੀਧਰ ਸਤਿਗੁਰੂ ਜੀ ਬਠਿੰਡੇ ਦੇ ਇਸ ਕਿਲੇ ਦੇ ਵਿੱਚ ਹਨ, ਜਿਹੜਾ ਕਦੇ ਭਨੋਟ ਦੇ ਰਾਜੇ ਨੇ ਬਣਵਾਇਆ ਸੀ, ਉਹਦਾ ਜ਼ਿਕਰ ਅੱਗੇ ਆਵੇਗਾ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਆਰਾਮ ਫਰਮਾ ਰਹੇ ਨੇ, ਰਾਤ ਪਈ, ਕੁਝ ਵਪਾਰੀ ਆਏ, ਉਹਨਾਂ ਵਪਾਰੀਆਂ ਦੇ ਵਿੱਚੋਂ ਤਿੰਨ ਸੱਸੀ ਪੁੰਨੂ ਕੋ ਗਾਇਓ, ਬਾਰ ਬਾਰ ਕਰ ਰਾਗ ਵਸਾਇਓ। ਉਹ ਮੰਜੇ ਤੇ ਪਿਆ ਪਿਆ, ਉਹਨਾਂ ਦੇ ਵਿੱਚੋਂ ਕੋਈ ਵਪਾਰੀ ਜਿਹੜਾ ਬੜੀ ਉੱਚੀ ਉੱਚੀ ਹੇਕਾਂ ਲਾ ਕੇ ਉਹ ਗੀਤ ਗਾਉਂਦਾ ਹੈ। ਰਾਤ ਦੇਖੈ ਰਸ ਕੋ ਬਹੁ ਕੀਨ, ਫਿਰ ਭਯੰਕ ਸੁਨ ਗੁਰੂ ਪ੍ਰਦੀਨ। ਕਲਗੀਧਰ ਸਤਿਗੁਰੂ ਜੀ ਸੁਣ ਰਹੇ ਸੀ, ਉਹ ਆਵਾਜ਼ ਮਿੱਠੀ ਮਿੱਠੀ ਦੀ ਹਵਾ ਚੱਲ ਰਹੀ ਆ ਤੇ ਇਧਰੋਂ ਉਹ ਗਾ ਰਿਹਾ ਹੈ ਤੇ ਉਹਦੀ ਆਵਾਜ਼ ਵਿੱਚ ਬੜਾ ਰਸ ਆ। ਉਹ ਜਦੋਂ ਗਾਉਂਦਾ ਹੈ ਤੇ ਕਲਗੀਧਰ ਸਤਿਗੁਰੂ ਜੀ ਸੁਣ ਰਹੇ ਹਨ। ਚਰਮਕਾਲ ਲਗ ਗਾਵਤ ਰਹਿਓ, ਫਿਰ ਭਯੰਕ ਸੁਨ ਗੁਰੂ ਪ੍ਰਦੀਨ। ਚਰਮਕਾਲ ਲਗ ਗਾਵਤ ਰਹਿਓ, ਸਭਨ ਸੁਣਿਓ ਆਛੇ ਮਨ ਲਹਿਓ। ਤੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਉਹਨੂੰ ਸੁਣਦੇ ਰਹੇ। ਉਹ ਕਿੰਨੀ ਚਿਰ ਗਾਉਂਦਾ ਰਿਹਾ, ਕਿੰਨੀ ਵਾਰੀ ਉਹਨੇ ਵਾਰ-ਵਾਰ ਜਿਹੜਾ ਉਹ ਗੀਤ ਗਾ ਰਿਹਾ ਸੀ, ਜਿਹੜੇ ਬੋਲ ਗਾ ਰਿਹਾ ਸੀ, ਉਹਨੇ ਰਿਪੀਟ ਕੀਤੇ ਹਨ। ਪਦ ਜਥਾ ਸੁਖ ਰਾਤ ਬਿਤਾਈ, ਜਾਗੇ ਪ੍ਰਭੂ ਪ੍ਰਾਤ ਹੋਏ ਆਈ। ਇਵੇਂ ਹੀ ਉਹ ਰਾਤ ਬੀਤ ਗਈ, ਬੜੇ ਆਰਾਮ ਨਾਲ ਮੇਰੇ ਸਾਹਿਬਾਂ ਨੇ, ਸਿੱਖਾਂ ਨੇ, ਉਹਨਾਂ ਵਪਾਰੀਆਂ ਨੇ ਵੀ ਸੌਂ ਕੇ ਰਾਤ ਬਤੀਤ ਕੀਤੀ। ਸਵੇਰ ਹੋਈ, ਕਲਗੀਧਰ ਪਾਤਸ਼ਾਹ ਜੀ ਜਾਗੇ ਹਨ। ਸੌਚ ਸਨਾਨ ਦੀਵਾਨ ਲਗਾਇਓ, ਪੂਜਿਓ ਗੁਰੂ ਰਾਤ ਕਿਨ ਗਾਇਓ। ਤੇ ਜਦੋਂ ਕਲਗੀਧਰ ਸਤਿਗੁਰਾਂ ਨੇ ਸਰੀਰਕ ਕਿਰਿਆ ਸੋਧ ਲਈ, ਦੀਵਾਨ ਲੱਗ ਗਿਆ, ਦੀਵਾਨ ਦੀ ਸਮਾਪਤੀ ਹੋ ਗਈ। ਕਲਗੀਧਰ ਪਾਤਸ਼ਾਹ ਜੀਆਂ ਨੇ ਫਿਰ ਪੁੱਛਿਆ, ਕਹਿੰਦੇ ਭਈ ਰਾਤੀ ਗਾਉਂਦਾ ਕੌਣ ਸੀ? ਜਾਣਦੇ ਤੇ ਐਨ ਸਾਰੀ ਗੱਲਬਾਤ ਸਤਿਗੁਰੂ ਸਾਹਿਬ ਮਹਾਰਾਜ, ਪਰ ਸਿੱਖਾਂ ਨੂੰ ਪੁੱਛ ਰਹੇ ਆ। ਪਾਤਸ਼ਾਹ ਕਹਿੰਦੇ ਰਾਤ ਵੇਲੇ ਕਿਹੜਾ ਸੀ ਜਿਹੜਾ ਗੀਤ ਗਾਉਂਦਾ ਸੀ? ਸਿੰਘਨ ਕਹਿਓ ਲਾਗ ਕੋ ਲਿਆਏ, ਕੁਸ਼ਟਰ ਪ੍ਰਿੰਤ ਸੰਗ ਤਿਨ ਗਾਏ। ਸਤਿਗੁਰੂ ਜੀ ਦੇ ਸਿੰਘਾਂ ਆਖਿਆ ਪਾਤਸ਼ਾਹ ਜੀ ਕੁਝ ਵਪਾਰੀ ਆਏ ਨੇ, ਮਾਲ ਲੱਦ ਕੇ ਲੈ ਕੇ ਆਏ ਨੇ, ਰਾਤ ਉਹਨਾਂ ਨੇ ਵੀ ਕਿਲੇ ਦੇ ਵਿੱਚ ਆਰਾਮ ਕੀਤਾ, ਉਹਨਾਂ ਦੇ ਵਿੱਚੋਂ ਹੀ ਕੋਈ ਵਪਾਰੀ ਗਾਉਂਦਾ ਸੀ। ਜਾਏ ਗੁਲਾਬ ਕੋ ਲਿਆਇਓ ਤਾਹੇ, ਸੁਣ
ਸ਼ੰਕਰ ਦਾਸ ਗਇਓ ਨਿਰਵਾਹੇ। ਪਾਤਸ਼ਾਹ ਕਹਿੰਦੇ ਜਾਓ ਖਾਂ ਪੁੱਛ ਕੇ ਆਓ ਕਿਹੜਾ ਗਾਉਂਦਾ ਨੂੰ ਪਕੜ ਕੇ ਸਾਡੇ ਕੋਲ ਲੈ ਕੇ ਆਵੋ। ਗੁਰੂ ਘਾਰੇ ਜਲ ਸੋ ਆਇਓ ਦਰਸ਼ਨ ਕਰਤੇ ਸੀਸ ਨਿਵਾਇਓ। ਤੇ ਦਾਸ ਗਏ ਜਾ ਕੇ ਪੁੱਛਿਆ ਭਈ ਰਾਤ ਨੂੰ ਗਾਉਂਦਾ ਕੌਣ ਸੀ। ਕਲਗੀਧਰ ਸਤਿਗੁਰੂ ਜੀ ਉਹਨੂੰ ਬੁਲਾ ਰਹੇ ਨੇ ਤੇ ਜਦੋਂ ਜਾ ਕੇ ਦੱਸਿਆ ਤੇ ਜਿਹੜਾ ਗਾਉਣ ਵਾਲਾ ਸੀ ਉਹਨਾਂ ਵਿੱਚੋਂ ਵਪਾਰੀ ਜਿਹੜਾ ਰਾਤ ਵੇਲੇ ਗੀਤ ਗਾ ਰਿਹਾ ਸੀ, ਸਤਿਗੁਰਾਂ ਦੇ ਹੁਕਮ ਨਾਲ ਦਾਸ ਉਹਨੂੰ ਲੈ ਕੇ ਆਏ ਹਨ। ਸ੍ਰੀ ਪ੍ਰਭ ਭਨੇ ਰਾਗ ਜਨ ਗਾਵਤ ਸੱਸੀ ਪੁੰਨੂ ਰਾਗ ਵਸਾਵਤ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਆਇਆ ਉਹ ਸੱਜਣ ਉਹਨੇ ਆ ਕੇ ਕਲਗੀਧਰ ਸਤਿਗੁਰਾਂ ਦੇ ਨਮਸਕਾਰ ਕੀਤੀ, ਚਰਨਾਂ ਤੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਮੇਰੇ ਪਾਤਸ਼ਾਹ ਕਹਿੰਦੇ ਜਿਵੇਂ ਰਾਤੀ ਗਾਉਂਦਾ ਸੀ ਉਵੇਂ ਗਾ ਕੇ ਵਿਖਾ ਫਿਰ ਦੁਬਾਰਾ। ਜਿਵੇਂ ਤੂੰ ਰਾਤ ਵੇਲੇ ਗਾਉਂਦਾ ਸੀ ਇਹਨੂੰ ਹੁਣ ਸੁਣ ਕੇ ਉਚਾਟ ਨਾ ਹੋ ਜਾਏ ਮਨ ਕਿਤੇ, ਉਹ ਗੱਲ ਸਾਰੀ ਅੱਗੇ ਕਲੀਅਰ ਹੋ ਜਾਣੀ ਸਾਖੀ ਦੇ ਵਿੱਚ। ਕਿਉਂਕਿ ਕਈ ਵਾਰੀ ਸਾਡੀ ਤਰਾਸਦੀ ਹੈ, ਅਸੀਂ ਇੱਕ ਅੱਧੀ ਗੱਲ ਸੁਣ ਲਈ। ਨਹੀਂ, ਸੱਸੀ ਪੁੰਨੂ ਦੀ ਗੱਲ ਹੋ ਰਹੀ ਸੀ ਜੀ ਗੁਰਦੁਆਰੇ। ਉਹ ਗੱਲ ਕਿਸ ਵਿਹਾਰ ਤੇ ਹੋ ਰਹੀ ਸੀ, ਕਿਸ ਸੰਦਰਭ ਵਿੱਚ ਹੋ ਰਹੀ ਸੀ, ਉਹ ਗੱਲ ਕਿਉਂ ਕੀਤੀ ਗਈ, ਅਸੀਂ ਕਈ ਵਾਰੀ ਗੱਲ ਪੂਰੀ ਸੁਣਦੇ ਨਹੀਂ ਤੇ ਉਹ ਨਿੱਕੀ ਜਿਹੀ ਗੱਲ ਵਿੱਚੋਂ ਲੈ ਕੇ ਤੇ ਉਤੋਂ ਹੀ ਬਕੇੜਾ ਕਈਆਂ ਥਾਵਾਂ ਤੇ ਆਪਾਂ ਵੇਖਦੇ ਐਵੇਂ ਹੋ ਜਾਂਦਾ। ਹੁਣ ਕਲਗੀਧਰ ਸਤਿਗੁਰਾਂ ਨੇ ਉਹਨੂੰ ਕਿਹਾ ਵੀ ਤੇਰੀ ਆਵਾਜ਼ ਵਿੱਚ ਬੜਾ ਰਸ ਸੀ, ਤੂੰ ਗਾਉਂਦਾ ਸੀ ਰਾਤ ਵੇਲੇ। ਹੱਥ ਜੋੜ ਕੇ ਆਖਿਆ ਜੀ ਮੈਂ ਗਾਉਂਦਾ ਸਾਂ, ਕੀ ਗੁਸਤਾਖੀ ਹੋ ਗਈ ਮੇਰੇ ਤੋਂ। ਪਾਤਸ਼ਾਹ ਜੀਆਂ ਨੇ ਉਸ ਵੇਲੇ ਫਿਰ ਇਹਨੂੰ ਦੁਬਾਰਾ ਗਾਉਣ ਵਾਸਤੇ ਆਖਿਆ ਹੈ। ਅਬ ਗਾਵਨ ਕਰੋ ਤਿਸੀ ਪ੍ਰਕਾਰ ਅਦਿਤ ਰਸ ਧਰੋ। ਪਾਤਸ਼ਾਹ ਕਹਿੰਦੇ ਬਹਿ ਇੱਥੇ ਸਾਡੇ ਸਾਹਮਣੇ, ਜੇ ਤੂੰ ਗਾਉਂਦਾ ਸੀ ਤੇ ਦੁਬਾਰਾ ਉਸੇ ਪ੍ਰਕਾਰ ਹੀ ਸਾਨੂੰ ਗਾ ਕੇ ਵਿਖਾ। ਸੁਣ ਕਰ ਜੋਰਤ ਬੋਲਿਓ ਸੋਏ ਅਬ ਤੋ ਗਾਇਓ ਜਾਏ ਨਾ ਕੋਏ। ਤੇ ਉਹ ਘਬਰਾ ਗਿਆ ਕਿ ਪਤਾ ਨਹੀਂ ਮੇਰੇ ਕੋਲੋਂ ਸ਼ਾਇਦ ਕੋਈ ਗੁਸਤਾਖੀ ਹੋ ਗਈ, ਗਲਤੀ ਹੋ ਗਈ। ਉਹ ਕਹਿੰਦਾ ਪਾਤਸ਼ਾਹ ਜੀ ਉਹ ਤੇ ਪਤਾ ਨਹੀਂ ਐਵੇਂ ਹੀ ਮੇਰੇ ਦਿਮਾਗ 'ਚ ਕੁਝ ਆ ਗਿਆ ਤੇ ਮੈਂ ਗਾਉਣ ਲੱਗ ਪਿਆ, ਪਰ ਇੰਨੇ ਜਣਿਆਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਨਹੀਂ ਗਾ ਪਾਵਾਂਗਾ। ਮੈਨੂੰ ਸੰਗ ਲੱਗਦੀ ਹੈ ਜਾਂ ਕੋਈ ਝਾਕਾ ਲੱਗਦਾ ਹੈ, ਮੈਂ ਤੁਹਾਡੇ ਸਾਹਮਣੇ ਨਹੀਂ ਗਾ ਸਕਦਾ ਹਾਂ। ਲਾਜ ਆਪ ਤੇ ਮੁਝ ਕੋ ਆਵੈ ਸਮੁਖ ਬੋਲਿਓ ਨਾਹਿ ਭਾਵੈ। ਸਤਿਗੁਰੂ ਸਾਹਿਬ ਮਹਾਰਾਜ ਜੀ ਮੈਂ ਤੁਹਾਡੇ ਸਾਹਮਣੇ ਨਹੀਂ ਗਾ ਪਾਵਾਂਗਾ, ਮੇਰੇ 'ਚ ਇੰਨੀ ਹਿੰਮਤ ਨਹੀਂ ਕਿ ਮੈਂ ਤੁਹਾਡੇ ਸਾਹਮਣੇ ਕੁਝ ਬੋਲ ਸਕਾਂ। ਤਬ ਗੁਰ ਤਈ ਕਨਾਤ ਕਨਾਏ ਸਭ ਕੇ ਉਲਟੈ ਤਾਹਿ ਬਿਠਾਏ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਖਿਆ ਵੀ ਨਹੀਂ ਤੈਨੂੰ ਗਾ ਕੇ ਤੇ ਸੁਣਾਉਣਾ ਪਵੇਗਾ ਜਿਵੇਂ ਤੂੰ ਰਾਤੀ ਗਾਉਂਦਾ ਸੀ। ਆਖਿਆ ਜੀ ਮੈਂ ਤੁਹਾਡੇ ਸਾਹਮਣੇ ਨਹੀਂ ਗਾ ਸਕਦਾ। ਪਾਤਸ਼ਾਹ ਨੇ ਫਿਰ ਆਖਿਆ ਉਹ ਕਨਾਤ ਦੇ ਦੂਜੇ ਪਾਸੇ ਹੋ ਜਾ, ਉੱਥੇ ਤੈਨੂੰ ਕੋਈ ਦਿਖਾਈ ਨਹੀਂ ਦੇਵੇਗਾ। ਉਧਰਲੇ ਪਾਸੇ ਹੋ ਕੇ ਜੇ ਤੂੰ ਹੀ ਗਾਉਂਦਾ ਸੀ ਤੇ ਦੁਬਾਰਾ ਉਸੇ ਤਰ੍ਹਾਂ ਗਾਉਣਾ ਕਰੋ। ਹੁਕਮ ਮਾਨ ਕਰ ਗਾਇਓ ਤਉ ਰਾਤ ਸੰਗ ਰਸ ਨਹਿ ਪਾਇਓ। ਹੁਣ ਕਲਗੀਧਰ ਸਤਿਗੁਰਾਂ ਨੇ ਕਿਹਾ ਵੀ ਜੇ ਤੈਨੂੰ ਇੱਥੇ ਸੰਗ ਲੱਗਦੀ ਤੇ ਉਹ ਕਨਾਤ ਲੱਗੀ ਪਰਦੇ ਦੇ ਪਰਲੇ ਪਾਸੇ ਹੋ ਕੇ ਗਾ ਲਾ। ਹੁਣ ਉਹ ਹੁਕਮ ਮੰਨਿਆ ਕਲਗੀਧਰ ਪਾਤਸ਼ਾਹ ਦਾ। ਸਿੱਖਾਂ ਨੇ ਆਖਿਆ ਜੇ ਪਾਤਸ਼ਾਹ ਕਹਿ ਰਹੇ ਤੇ ਸੁਣਾ ਦੇ ਜਿਵੇਂ ਤੂੰ ਅੱਗੇ ਸੁਣਾਇਆ ਸੀ। ਜੇ ਝਿੜਕਣਾ ਹੁੰਦਾ ਤੇ ਇੰਨੀ ਦੇਰ ਥੋੜਾ ਲਾਉਣੀ ਸੀ ਤੈਨੂੰ, ਇੰਨੀ ਦੇਰ ਨੂੰ ਤੇ ਧੌਣ ਲਾ ਕੇ ਪਾਸੇ ਕਰਨੀ ਸੀ ਤੇਰੀ, ਜੇ ਕੋਈ ਇਦਾਂ ਦੀ ਗੱਲ ਹੁੰਦੀ। ਜੇ ਉਹ ਕਹਿ ਰਿਹਾ ਤੇ ਤੂੰ ਕਨਾਤ ਦੇ ਪਿਛਲੇ ਪਾਸੇ ਹੋ ਕੇ ਤੇ ਗਾ ਕੇ ਸੁਣਾ ਦੇ ਸਾਹਿਬਾਨ। ਉਹ ਡਰਦਾ ਡਰਦਾ ਪਰਦੇ ਦੇ ਦੂਜੇ ਪਾਸੇ ਗਿਆ, ਉਹਨੇ ਗਾਇਆ ਸਹੀ ਪਰ ਉਹ ਗੱਲ ਨਹੀਂ ਬਣੀ ਜਿਹੜੀ ਉਹ ਆਪਣੇ ਆਪ ਅੰਦਰੋਂ ਫੁਰ ਰਿਹਾ ਸੀ ਨਾ। ਜਦੋਂ ਜਿਹੜਾ ਰਸ ਉਦੋਂ ਬਣਿਆ ਸੀ ਉਹ ਰਸ ਨਾ ਬਣਿਆ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਹੁਕਮ ਨੂੰ ਮੰਨ ਕੇ ਗਾਇਆ ਤੇ ਸਹੀ, ਉਹਨੇ ਸੁਣਾਇਆ ਤੇ ਸਹੀ, ਪਰ ਰਾਤ ਵਰਗਾ ਰਸ ਉਹਦੇ ਚੋਂ ਨਹੀਂ ਬਣਿਆ ਹੈ। ਧਨ ਦੇ ਕਰ ਤਿਸ ਕਿਉ ਨਿਹਾਲ ਕਰੀ ਮੌਜ ਸ੍ਰੀ ਪ੍ਰਭੂ ਵਿਸਾਰ। ਕਲਗੀਧਰ ਪਾਤਸ਼ਾਹ ਜੀਆਂ ਨੇ ਫਿਰ ਰਹਿਮਤ ਕੀਤੀ ਉਹਦੇ ਤੇ, ਕਹਿੰਦੇ ਗਲਤ ਨਹੀਂ ਉਹੋ ਜੀ ਬਣੀ, ਪਰ ਫਿਰ ਵੀ ਉਹਦੇ ਤੇ ਸਤਿਗੁਰੂ ਜੀ ਤਰੁੱਠੇ ਤੇ ਆਖਿਆ ਜੇ ਤੇਰੀ ਆਵਾਜ਼ ਵਿੱਚ ਰਸ ਆ ਨਾ ਫਿਰ ਇਹਦੀ ਵਰਤੋਂ ਠੀਕ ਕਰ। ਠੀਕ ਆ, ਤੂੰ ਉਹਨਾਂ ਦੇ ਪ੍ਰੇਮ ਦੀ ਉਹ ਦਾਸਤਾਂ, ਸੱਸੀ ਤੇ ਪੁੰਨੂ ਦੇ ਪ੍ਰੇਮ ਦੀ ਜਿਹੜੀ ਦਾਸਤਾਂ ਆ, ਤੈਨੂੰ ਬੇਸ਼ੱਕ ਉਹਦਾ ਕੋਈ ਅਹਿਸਾਸ ਨਹੀਂ, ਪਰ ਉਹਦੇ ਪ੍ਰਤੀ ਜਿਹੜੇ ਬੋਲ ਨੇ ਉਹ ਤੇਰੀ ਜ਼ੁਬਾਨ ਤੇ ਚੜੇ ਤੇ ਤੂੰ ਗਾਉਣਾ ਹੈ। ਪਰ ਸੱਜਣਾ ਕਿੰਨਾ ਚੰਗਾ ਹੋਵੇ ਜੇ ਤੂੰ ਇਸ ਆਪਣੀ ਰਸਨਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਗਾਇਆ ਕਰੇ, ਉਹਦਾ ਸਿਮਰਨ ਕਰੇ, ਉਹਦੀ ਸਿਫਤ ਸਲਾਹ ਦੇ ਗੀਤ ਗਾਵੇਂ ਤੇ ਤੇਰਾ ਭਲਾ ਨਾਲੇ ਸੁਣਨ ਵਾਲਿਆਂ ਦਾ ਭਲਾ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਇਹਨੂੰ ਕੋਈ ਮੰਗ ਪੁੱਛੀ, ਦੱਸ ਭਈ ਕੀ ਚਾਹੁੰਦਾ ਹੈ, ਤੇ ਜੋ ਇਹਦੇ ਮਨ ਦੀ ਇੱਛਾ ਸੀ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਕੁਝ ਧਨ ਇਹਨੂੰ ਦਿੱਤਾ। ਇਹਦੀ ਝੋਲੀ ਮੇਰੇ ਸਤਿਗੁਰਾਂ ਨੇ ਰਹਿਮਤ ਨਾਲ ਭਰ ਦਿੱਤੀ ਹੈ। ਤੇ ਹੁਣ ਉਹਨੂੰ ਜਦੋਂ ਧਨ ਦਿੱਤਾ, ਉਹਦੇ ਕੋਲੋਂ ਸੱਸੀ ਪੁੰਨੂ ਦਾ ਗੀਤ ਸੁਣਿਆ ਤੇ ਸਾਡੇ ਵਰਗੇ ਵਿੱਚ ਪੜ੍ਹੇ ਲਿਖੇ ਵੀ ਹੋਣੇ ਆ ਵੀ ਹਾਏ ਗੁਰਦੁਆਰੇ ਤੇ ਸੱਸੀ ਪੁੰਨੂ ਦੀ ਗੱਲ ਕਰਤੀ ਅੱਜ ਇਹਨਾਂ ਨੇ। ਕਵੀ ਜੀ ਕਹਿੰਦੇ ਇਦਾਂ ਦੇ ਉੱਥੇ ਵੀ ਬੈਠੇ ਸੀ ਵਿੱਚ, ਉਹਨਾਂ ਚੋਂ ਵਿੱਚੋਂ ਕਿਸੇ ਤਰਕ ਕੀਤਾ, ਸੱਸੀ
ਪਰ ਕਿਹ ਤਰਕ ਉਠਾਈ ਤਿਸ ਪ੍ਰਤ ਉੱਤਰ ਕਰਿਓ ਗੋਸਾਈ। ਜਦੋਂ ਕਿਸੇ ਨੇ ਤਰਕ ਕੀਤਾ ਨਾ ਜੀ ਸਤਿਗੁਰੂ ਇਹ ਕਿਉਂ ਸੁਣਿਆ ਤੇ ਇਹਨੂੰ ਕਿਉਂ ਮਾਣ ਦਿੱਤਾ ਤੁਸੀਂ, ਫਿਰ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਫਿਰ ਉਹਦਾ ਅੱਗੋਂ ਜਵਾਬ ਦਿੱਤਾ। ਭਾਈ ਵੀਰ ਸਿੰਘ ਜੀ ਇਹ ਗੱਲ ਦੱਸਦੇ ਆ, ਕਹਿੰਦੇ ਪੰਜਾਬ ਦੇ ਵਿੱਚ ਸੱਸੀ ਪੁੰਨੂ ਦੀ ਦੋਸਤੀ ਦਾ ਕਿੱਸਾ ਬਹੁਤ ਪ੍ਰਸਿੱਧ ਆ, ਅਜੇ ਵੀ ਆ। ਹਾਜ਼ਮ ਸ਼ਾਹ ਵਰਗਿਆਂ ਨੇ ਜਾਂ ਅਜੋਕੇ ਸਮੇਂ ਦੇ ਕਈ ਜਿਹੜੇ ਕਵੀ ਜਾਂ ਕਵਿੱਤਰੀਆਂ ਨੇ ਉਹ ਲਿਖਦੇ ਆ ਤੇ ਲੋਕ ਸੁਣਦੇ ਆ, ਕਿਉਂਕਿ ਇਹ ਸੱਭਿਆਚਾਰ ਦਾ ਹਿੱਸਾ ਨੇ, ਸਿੱਖੀ ਦਾ ਨਹੀਂ ਸੱਭਿਆਚਾਰ ਦਾ ਹਿੱਸਾ ਮੈਂ ਕਹਿ ਰਿਹਾ। ਪਰ ਇਸ ਦੀ ਅਸਲ ਜਿਹੜੀ ਆ ਨਾ ਇਹ ਸਿੰਧ ਦੇ ਵਿੱਚ ਆ, ਪਾਕਿਸਤਾਨ ਸਿੰਧ ਦਾ ਇਲਾਕਾ ਬਜ਼ੁਰਗ ਚੰਗੀ ਤਰ੍ਹਾਂ ਜਾਣਦੇ ਆ। ਉੱਥੇ ਕੇਚ ਮਕਰਾਣ ਵਾਲੇ ਪੰਨੂ ਦੇ ਨਾਲ ਇਹਦਾ ਵਿਆਹ ਹੋਇਆ ਸੀ। ਹਾਲਾਂਕਿ ਬਹੁਤ ਸਾਰੇ ਕਵੀ ਇੱਦਾਂ ਪੇਸ਼ ਕਰਦੇ ਆ ਕਿ ਸੱਸੀ ਤੇ ਪੰਨੂ ਦਾ ਆਪਸੀ ਲਗਾਵ ਸੀ, ਜਾਂ ਉਹ ਜਿਹਨੂੰ ਆਪਾਂ ਮਜਾਜੀ ਇਸ਼ਕ ਕਹਿ ਦਿੰਦੇ ਆ ਉਹ ਵਾਰਤਾ ਸੀ। ਪਰ ਇੱਥੇ ਭਾਈ ਵੀਰ ਸਿੰਘ ਜੀ ਜਿਹੜਾ ਫੁੱਟ ਨੋਟ ਨਾਲ ਦੇ ਰਹੇ ਆ, ਕਿਉਂਕਿ ਉਹ ਆਪ ਵੀ ਇੱਕ ਮਹਾਨ ਕਵੀ ਨੇ ਭਾਈ ਵੀਰ ਸਿੰਘ ਸਾਹਿਬ ਨੇ। ਉਹ ਕਹਿੰਦੇ ਅਸਲ ਦੇ ਵਿੱਚ ਸੱਸੀ ਤੇ ਪੁੰਨੂ ਦਾ ਆਪਸ ਵਿੱਚ ਸ਼ਾਦੀ ਹੋਈ ਸੀ। ਜਿਹੜਾ ਪੁੰਨੂ ਸੀ ਉਹ ਇੱਕ ਤਗੜੇ ਘਰਾਣੇ ਦੇ ਨਾਲ ਸੰਬੰਧ ਰੱਖਦਾ। ਬੇਸ਼ੱਕ ਸੱਸੀ ਜਿਹੜੀ ਆ ਉਹਦਾ ਪਿਛੋਕੜ ਇੱਕ ਰਾਜ ਘਰਾਣੇ ਦੇ ਨਾਲ ਆ, ਪਰ ਇਹਦੇ ਪਿਤਾ ਨੂੰ ਕਿਸੇ ਜੋਤਸ਼ੀ ਨੇ ਵਹਿਮ ਪਾ ਦਿੱਤਾ ਸੀ ਕਿ ਜਿਹੜੀ ਤੇਰੇ ਘਰ ਧੀ ਪੈਦਾ ਹੋਈ ਤੇਰੇ ਮੱਥੇ ਤੇ ਕਲੰਕ ਲਾ ਦੇਵੇਗੀ। ਹੁਣ ਇਹਦੇ ਪਿਤਾ ਨੇ ਇਹਨੂੰ ਮਾਰਨਾ ਜ਼ਰੂਰੀ ਨਹੀਂ ਸਮਝਿਆ। ਉਹਨੇ ਕੀ ਕੀਤਾ, ਉਹਨੇ ਇੱਕ ਘੜਾ ਲਿਆ ਤੇ ਘੜੇ ਦੇ ਵਿੱਚ ਪਾ ਕੇ ਤੇ ਇਹਨੂੰ ਉਹਨੇ ਦਰਿਆ ਦੇ ਵਿੱਚ ਰੋੜ ਦਿੱਤਾ। ਹੁਣ ਰੁੜਦੀ ਇਹ ਕਿਸੇ ਧੋਬੀ ਦੇ ਪਾਸ ਪਹੁੰਚੀ। ਧੋਬੀ ਨੇ ਜਦੋਂ ਘੜਾ ਖੋਲ੍ਹਿਆ ਤੇ ਉਸ ਬੱਚੀ ਦੀ ਕੋਮਲਤਾ ਵੇਖ ਕੇ, ਅਜੇ ਜਿਉਂਦੀ ਸੀ, ਉਹਨੂੰ ਘੜੇ ਚੋਂ ਕੱਢਿਆ, ਉਹਦਾ ਪਾਲਣ ਪੋਸ਼ਣ ਕੀਤਾ। ਤੇ ਇੱਦਾਂ ਫਿਰ ਉਹ ਧੀ ਜਿਹੜੀ ਆ ਉਹ ਆ ਕੇ ਪਲੀ ਕਿਸੇ ਹੋਰ ਦੇ ਪਾਸ, ਕਿਸੇ ਅਹਿਲਕਾਰ, ਛੋਟੇ ਅਹਿਲਕਾਰ ਦੇ ਪਾਸ, ਜਾਂ ਆਪਾਂ ਧੋਬੀ ਦੇ ਪਾਸ ਕਹਿ ਸਕਦੇ ਹਾਂ ਵੀ ਉੱਥੇ ਆ ਕੇ ਉਹ ਪਲੀ। ਜਦੋਂ ਉਹ ਵੱਡੀ ਹੋਈ ਤੇ ਉਹਦਾ ਸੁਹੱਪਣ, ਉਹਦਾ ਜਿਹੜਾ ਰੂਪ, ਉਹਨਾਂ ਦਾ ਆਪਸੀ ਮਿਲਾਪ ਜਾਂ ਦੋਵਾਂ ਦਾ ਰਿਸ਼ਤਾ ਆਪਸ ਦੇ ਵਿੱਚ ਹੋ ਗਿਆ। ਹੁਣ ਜਦੋਂ ਦੋਵਾਂ ਦਾ ਰਿਸ਼ਤਾ ਆਪਸ ਦੇ ਵਿੱਚ ਹੋ ਗਿਆ ਤੇ ਜਿਹੜੇ ਪੁੰਨੂ ਦੇ ਭਰਾ ਸੀ ਉਹ ਚਾਹੁੰਦੇ ਸੀ ਕਿ ਇਹ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਧੀ ਆ ਜਿਹੜੀ, ਤੇ ਸਾਡੀ ਇਹਦੇ ਵਿੱਚ ਬਦਨਾਮੀ ਆ। ਉਹਦਾ ਵਿਆਹ ਹੋ ਜਾਣ ਤੋਂ ਬਾਅਦ ਵੀ ਉਹਨਾਂ ਨੇ ਯਤਨ ਕੀਤਾ ਦੋਵਾਂ ਨੂੰ ਵੱਖਰੋ ਵੱਖਰੇ ਕਰਨ ਦਾ, ਤੇ ਪੁੰਨੂ ਨੂੰ ਨਸ਼ੇ ਦੀ ਹਾਲਾਤ ਦੇ ਵਿੱਚ ਉਹ ਆਪਣੇ ਇਲਾਕੇ 'ਚ ਵਾਪਸ ਲੈ ਗਏ। ਜਦੋਂ ਵਾਪਸ ਲੈ ਗਏ ਤੇ ਇਹਨਾਂ ਨੇ ਆਪਣੇ ਪਤੀ ਦੇ ਨਾਲ, ਆਪਣੇ ਖਸਮ, ਆਪਣੇ ਘਰ ਵਾਲੇ ਦੇ ਨਾਲ, ਕਿ ਉਹਦੀ ਪ੍ਰੀਤ ਦੇ ਵਿੱਚ ਜਾਂ ਉਹਦੇ ਨੇਹ ਦੇ ਵਿੱਚ, ਤਾਂ ਕਰਕੇ ਦ੍ਰਿਸ਼ਟਾਂਤ ਕਵੀ ਜੀਆਂ ਨੇ ਇੱਥੇ ਵਰਤਿਆ ਆ ਕਿ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਨੇ ਉਹਨੂੰ ਸੁਣਿਆ ਕਿ ਉਹ ਇੱਕ ਸਰੀਰ ਵਿੱਚ ਹੁੰਦਿਆਂ ਹੋਇਆ ਜੇ ਇੱਕ ਔਰਤ ਆਪਣੇ ਪਤੀ ਦੀ ਭਾਲ ਵਿੱਚ ਉਸ ਬਰੇਤੇ, ਉਸ ਤਪਦੇ ਹੋਏ ਮਾਰੂਥਲ ਦੇ ਵਿੱਚ ਜਾ ਕੇ ਆਪਣੇ ਪ੍ਰਾਣ ਗਵਾ ਸਕਦੀ ਆ, ਤੇ ਇਹ ਇਨਸਾਨ ਆਪਾਂ ਤੇ ਸਾਰੇ ਜੀਵ ਇਸਤਰੀਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ, ਜਿਵੇਂ ਰੱਬੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਕਿ ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਹ ਤੇ ਜਿਹੜਾ ਇਹਨਾਂ ਦਾ ਆਪਸੀ ਮਿਲਾਪ ਆ ਜਾਂ ਪਿਆਰ ਆ, ਉਹ ਤੇ ਇਸ ਜਨਮ ਦਾ ਆ, ਬਸ ਇੱਥੇ ਖਤਮ ਹੋ ਜਾਏਗਾ ਸਾਰਾ। ਪਰ ਤੇਰਾ ਨੇ, ਤੇਰਾ ਪਿਆਰ, ਤੇਰੀ ਪ੍ਰੀਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਐਸੀ ਹੋਣੀ ਚਾਹੀਦੀ ਆ ਕਿ ਤੇਰੇ ਸਰੀਰ 'ਚੋਂ ਪ੍ਰਾਣ ਨਿਕਲ ਜਾਣ ਪਰ ਉਹਦਾ ਸਿਮਰਨ ਨਾ ਤੈਨੂੰ ਭੁੱਲੇ। ਜੇ ਉਹ ਆਪਣੇ ਜੀਵਨ ਜਿਉਂਦਿਆਂ ਹੋਇਆਂ ਆਪਣੀ ਜਾਨ ਕੁਰਬਾਨ ਕਰ ਦਿੰਦੀ ਹੈ ਆਪਣੇ ਪਤੀ ਨੂੰ ਲੱਭਣ ਵਾਸਤੇ, ਉਹ ਮਾਰੂਥਲ ਦੇ ਇਲਾਕੇ ਦੇ ਵਿੱਚ ਉਹ ਊਠਾਂ ਤੇ ਬਹਿ ਕੇ ਗਏ। ਇਹ ਪੈਦਲ ਉਹ ਸਫ਼ਰ ਤੈਅ ਕਰਦੀ ਆ, ਗਰਮੀ ਬਰਦਾਸ਼ਤ ਨਹੀਂ ਕਰ ਪਾਈ, ਬੇਹਾਲ ਹੋ ਕੇ ਰਾਹ ਵਿੱਚ ਮੌਤ ਹੋ ਗਈ। ਉਧਰੋਂ ਜਾ ਕੇ ਜਦੋਂ ਉਹਨੂੰ ਹੋਸ਼ ਆਈ, ਵਾਪਸ ਪਹੁੰਚ ਗਿਆ ਆਪਣੇ ਪਿੰਡ। ਜਦੋਂ ਵਾਪਸ ਆਪਣੇ ਨਗਰ ਪਹੁੰਚਿਆ, ਉਹਨੇ ਵੇਖਿਆ ਵੀ ਮੈਂ ਤੇ ਆਪਣੇ ਸਹੁਰੇ ਪਰਿਵਾਰ ਵਿੱਚ ਨਹੀਂ ਆ। ਉਧਰੋਂ ਉਹ ਆਪਣੀ ਡੱਚ ਲੈ ਕੇ ਤੇ ਵਾਪਸ ਇੱਧਰ ਨੂੰ ਦੌੜਿਆ। ਰਾਹ ਦੇ ਵਿੱਚ ਇੱਕ ਆਜੜੀ ਸੀ, ਉਸ ਆਜੜੀ ਨੇ ਆਵਾਜ਼ ਮਾਰੀ ਕਿ ਐ ਭਲੇ ਪੁਰਖ, ਤੂੰ ਆਪਣੇ ਸਫ਼ਰ ਤੇ ਅਗਾਂਹ ਫੇਰ ਜਾਵੀਂ। ਆ ਇੱਕ ਔਰਤ ਇੱਥੇ ਜਿਹੜੀ ਆ ਉਹਦੀ ਮੌਤ ਹੋ ਗਈ ਆ, ਤੇ ਇਸ ਜਵਾਨ ਧੀ ਨੂੰ ਪਹਿਲਾਂ ਆਪਾਂ ਦਫਨ ਕਰ ਦਈਏ, ਫਿਰ ਤੂੰ ਆਪਣੇ ਅਗਲੇ ਸਫ਼ਰ ਵਾਲੇ ਪਾਸੇ ਨੂੰ ਤੁਰ ਪਈ। ਹੁਣ ਜਦੋਂ ਉਹ ਪੁੰਨੂ ਉਤਰਿਆ, ਉਹਨੇ ਆ ਕੇ ਜਦੋਂ ਵੇਖਿਆ ਤੇ ਉਹਦੀ ਆਪਣੀ ਘਰ ਵਾਲੀ, ਆਪਣੀ ਪਤਨੀ ਉਹਦੀ। ਤੋ ਐਸਾ ਉਸ ਵੇਲੇ ਦਾ ਬਿਰਤਾਂਤ ਜਿਹੜਾ ਉਹ ਕਵੀ ਜਨਾਂ ਨੇ ਜਾਂ ਕਹਾਣੀਕਾਰਾਂ ਜਾਂ ਕਿੱਸਾਕਾਰਾਂ ਨੇ ਲਿਖਿਆ ਕਿ ਉਸ ਵੇਲੇ ਫਿਰ ਸੱਸੀ ਪਹਿਲਾਂ ਚੜ੍ਹਾਈ ਕਰ ਗਈ, ਉਹਦਾ ਜਿਹੜਾ ਪਤੀ ਸੀ ਉਹ ਵੀ ਚੜ੍ਹਾਈ ਕਰ ਗਿਆ। ਮਤਲਬ ਇੱਕ ਮਜ਼ਾਜੀ ਇਸ਼ਕ ਵਾਲਾ ਪ੍ਰੀਤ ਦੀ ਇਸ ਸਿਖਰ ਤੱਕ ਪਹੁੰਚ ਸਕਦਾ ਆ।
ਕਿ ਇੱਕ ਦੂਜੇ ਵਾਸਤੇ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੰਦਾ ਆ। ਤੇ ਇਹ ਗੁਰੂ ਕਿਆ ਸਿੱਖਾ, ਇਹ ਪ੍ਰੇਮ ਦੀ ਖੇਡ, ਇਹ ਪ੍ਰੀਤ ਦੀ ਖੇਡ, ਜਿਹਦਾ ਹਵਾਲਾ ਰੱਬੀ ਬਾਣੀ ਦੇ ਵਿੱਚ ਮੈਂ ਪਹਿਲਾਂ ਐਸੇ ਕਰਕੇ ਇਹ ਗੱਲਾਂ ਤੁਹਾਡੇ ਨਾਲ ਕਰ ਲਈਆਂ ਕਿ ਰੱਬੀ ਬਾਣੀ ਸਾਨੂੰ ਹਕੀਕੀ ਇਸ਼ਕ ਉਸ ਪਰਮਾਤਮਾ ਦੇ ਨਾਲ ਕਰਨ ਵਾਸਤੇ ਪ੍ਰੇਰਣਾ ਕਰਦੀ ਹੈ। ਸਾਹਿਬ ਆਖਦੇ ਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਮਾਧਵੇ ਤੁਮ ਨ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਣ ਸਿਓ ਜੋਰੈ। ਫਿਰ ਸੱਚੇ ਪਾਤਸ਼ਾਹ ਰੱਬੀ ਬਾਣੀ ਵਿੱਚ ਕਿਰਪਾ ਕਰਦੇ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੇਰੇ ਨੇਤਰਾਂ 'ਚ ਨੀਂਦ ਨਹੀਂ, ਭੁੱਖ ਨਹੀਂ, ਪਿਆਸ ਨਹੀਂ। ਇਹ ਉਸ ਆਸ਼ਿਕ ਦੀ ਹਾਲਾਤ ਬਿਆਨ ਕਰਦੇ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨੇਹ ਕਰਦਾ ਹੈ। ਇੱਥੇ ਤੇ ਕੇਵਲ ਜਿਸਮਾਂ ਤੱਕ, ਕੇਵਲ ਸਰੀਰਕ ਸਪਰਸ਼ਤਾ ਤੱਕ ਅੱਜ ਦੀ ਜੋ ਜਵਾਨੀ ਜਿਸ ਕੁਰਾਹੇ ਪਈ ਹੋਈ ਆ ਜਾਂ ਜੋ ਕੁਝ ਸਮਾਜ ਵਿੱਚ ਵਰਤ ਰਿਹਾ, ਆਪਾਂ ਨੂੰ ਪਤਾ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਗਏ ਇਸ ਜਿਸਮਾਨੀ ਇਸ਼ਕ ਦੇ ਕਰਕੇ, ਇਸ ਮਜਾਜੀ ਇਸ਼ਕ ਦੇ ਕਰਕੇ। ਪਰ ਸਤਿਗੁਰੂ ਸਾਹਿਬ ਮਹਾਰਾਜ ਨੇ ਉਸ ਪਾਸਿਓਂ ਸਾਨੂੰ ਹੋੜਦਿਆਂ ਹੋਇਆਂ, ਉਸ ਪਾਸਿਓਂ ਸਾਨੂੰ ਮੋੜਦਿਆਂ ਹੋਇਆਂ ਸੱਚੇ ਪਾਤਸ਼ਾਹ ਨੇ ਪਤੀ ਵਰਤਾ ਤੇ ਇਸਤਰੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਰਹਿਣ ਦਾ ਹੁਕਮ ਵੀ ਸਾਨੂੰ ਦਿੱਤਾ ਆ। ਸਤਿਗੁਰੂ ਸਾਹਿਬ ਮਹਾਰਾਜ ਨੇ ਉਸ ਬੰਦੇ ਨੂੰ ਖਾਰਜ ਕੀਤਾ ਆ। ਇਹ ਵੱਡੀ ਕੁਰੈਤ ਮੰਨੀ ਗਈ ਕਿ ਬੰਦਾ ਸਿੱਖੀ ਤੋਂ ਖਾਰਜ ਹੋ, ਚਾਹੇ ਇਸਤਰੀ ਆ ਚਾਹੇ ਪੁਰਸ਼ ਆ, ਜੋ ਮਜਾਦੀ ਇਸ਼ਕ ਵਾਲੇ ਪਾਸੇ ਤੁਰਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਰੱਬੀ ਬਾਣੀ ਦੇ ਵਿੱਚ ਕਿਰਪਾ ਕਰਦੇ ਆ, ਸਾਨੂੰ ਸਮਝਾਉਂਦਿਆਂ ਹੋਇਆ ਆਖਦੇ ਆ, ਸੁਣ ਯਾਰ ਹਮਾਰੇ ਸੱਜਣ। ਯਾਰ ਸ਼ਬਦ ਕਿਹਦੇ ਲਈ ਵਰਤਿਆ ਜਾਏਗਾ? ਜਿਹਦੇ ਨਾਲ ਸਾਡਾ ਬਹੁਤਾ ਨੇਹ ਹੈ, ਜਿਹਦੇ ਨਾਲ ਸਾਡੀ ਵਿਚਾਰਾਂ ਦੀ ਸਾਂਝ ਆ, ਜਿਹਦੇ ਨਾਲ ਸਾਡਾ ਦੁੱਖ ਸੁੱਖ ਸਾਂਝਾ ਆ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਣ ਲਾਲ ਪਿਆਰੇ, ਹਉ ਫਿਰਾਂ ਖੋਜੰਤੀਆ, ਤਿਸ 10 ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤੇ ਸੰਤੀਆ। ਫਿਰ ਰੱਬੀ ਬਾਣੀ ਸਾਹਿਬ ਕਿਰਪਾ ਕਰਦੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਾਂਗੇ। ਇਹ ਰੱਬੀ ਬਾਣੀ ਦੇ ਬੋਲ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਰਾਗ ਪ੍ਰਭਾਤੀ ਆ ਜੀ। ਬੋਲ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ। ਮੇਰੇ ਸਾਹਿਬ ਜੀ ਕਿਰਪਾ ਕਰਦੇ ਆ, ਕਰਵਤ ਭਲਾ ਆਰਾ ਚੰਗਾ ਹੈ ਨਾ ਕਰਵਟ ਤੇਰੀ। ਪਾਤਸ਼ਾਹ ਤੂੰ ਮੇਰੇ ਵਾਲੇ ਪਾਸਿਓਂ ਮੂੰਹ ਮੋੜ ਲਵੇਂ, ਉਹਦੇ ਨਾਲੋਂ ਚੰਗਾ ਮੈਂ ਆਰੇ ਦੇ ਨਾਲ ਆਪਣੀ ਗਰਦਨ ਕਟਵਾ ਦੇਵਾਂ। ਇਹ ਆ ਹਕੀਕੀ ਇਸ਼ਕ ਜਿਹੜਾ ਪਰਮਾਤਮਾ ਦੇ ਨਾਲ, ਜਿਹੜਾ ਸਿੱਖ ਨੇ ਗੁਰੂ ਦੇ ਨਾਲ ਕਰਨਾ ਆ, ਜਿਹੜਾ ਸਿੱਖ ਦਾ ਗੁਰੂ ਕੇ ਬਚਨਾਂ ਦੇ ਨਾਲ ਹੋਣਾ ਚਾਹੀਦਾ ਆ। ਸਾਹਿਬ ਕਿਰਪਾ ਕਰਦੇ ਆ, ਕਰਵਤ ਭਲਾ। ਕਰਵਤ ਕਹਿੰਦੇ ਆ ਜੀ ਆਰੇ ਨੂੰ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ। ਹੁਣ ਇਹ ਜਦੋਂ ਇਹਨੂੰ ਆਪਾਂ ਐਕਸਪਲੇਨ ਕਰਨ ਦਾ ਯਤਨ ਕਰਾਂਗੇ, ਜੇ ਬਾਣੀ ਦੀ ਸਮਝ ਨਹੀਂ ਹੋਏਗੀ ਅਸੀਂ ਇਹਨੂੰ ਅਸ਼ਲੀਲਤਾ ਵਾਲੇ ਪਾਸੇ ਲੈ ਕੇ ਤੁਰ ਪਵਾਂਗੇ। ਪਰ ਇੱਥੇ ਜੀਵ ਆਤਮਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰ ਰਹੀ ਆ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ, ਸੁਣ ਬਿਨਤੀ ਮੇਰੀ। ਭਗਤ ਕਬੀਰ ਸਾਹਿਬ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕਾ ਕਾਹੇ ਕੋ ਮਾਰੇ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਆ। ਤਾਂ ਕਰਕੇ ਮੈਂ ਥੋੜੀ ਜਿਹੀ ਰੁਕ ਕੇ ਇੱਥੇ ਬੇਨਤੀ ਕੀਤੀ ਵੀ ਉਸ ਇੱਕ ਲਫ਼ਜ਼ ਤੋਂ ਜਾਂ ਉਹਨਾਂ ਦੇ ਨਾਂ ਤੋਂ ਈਰਖਾ ਨਾ ਕਰਨ ਬਹਿ ਜਾਈਏ। ਜਿਹੜੀ ਤੱਤ ਦੀ ਗੱਲ ਆ ਆਪਾਂ ਉਹਨੂੰ ਸਮਝਣ ਦਾ ਯਤਨ ਕਰੀਏ। ਕਲਗੀਧਰ ਸਤਿਗੁਰੂ ਜੀ ਅੱਗੋਂ ਕਾਰਨ ਦੱਸਦੇ ਨੇ ਕਿ ਕਿਉਂ ਅਸਾਂ ਇਹ ਗੀਤ ਸੁਣਿਆ ਹੈ। ਗੁਰ ਗੱਡਾ ਨਾ ਆਪਣੀ ਵਾਹੀ, ਸਸੀਆ ਭਈ ਪ੍ਰਵੇਸ਼ਨ ਤਾਹੀ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਆ, ਤੁਸੀਂ ਉਹਨਾਂ ਦੋਵਾਂ ਜੀਆਂ ਦੀ ਆਪਸੀ ਇਕਾਗਰਤਾ, ਉਹਨਾਂ ਦਾ ਆਪਸੀ ਪ੍ਰੇਮ ਨੂੰ ਤੱਕਣ ਦਾ ਯਤਨ ਕਰੋ। ਉਹ ਧਰਤੀ ਜਿੱਥੇ ਇੱਕ ਉਂਗਲ ਨਹੀਂ ਗੱਡੀ ਜਾ ਸਕਦੀ, ਉਸ ਮਾਰੂਥਲ ਦੇ ਵਿੱਚ ਉਹਨੇ ਆਪਣੇ ਪੂਰੇ ਦਾ ਪੂਰਾ ਸਰੀਰ ਜਿਹੜਾ ਉਹਨੂੰ ਨਾਸ਼ ਕਰ ਲਿਆ, ਭਾਵ ਮੌਤ ਕਬੂਲ ਕਰ ਲਈ ਆਪਣੇ ਪਿਆਰੇ ਨੂੰ ਲੱਭਦਿਆਂ। ਕਲਗੀਧਰ ਸਤਿਗੁਰੂ ਸਾਹਿਬ ਨੇ ਇਵੇਂ ਫਿਰ ਅੱਗੋਂ ਪ੍ਰੇਮ ਦਾ ਮਹਾਤਮ ਦੱਸਿਆ ਹੈ। ਪ੍ਰੇਮ ਮਹਾਤਮਾ ਬੜੋ ਵਡੇਰਾ, ਪ੍ਰਾਨ ਜਾਨ ਲਗ ਜਨੂ ਨਦੇਰਾ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਆ, ਪ੍ਰੇਮ ਦਾ ਮਹਾਤਮ ਸਭ ਨਾਲੋਂ ਵੱਡਾ ਹੈ, ਸਭ ਨਾਲੋਂ
ਸ੍ਰੇਸ਼ਟ ਹੈ ਪ੍ਰੇਮ ਮਹਾਤਮ ਵੱਡੋ ਵਡੇਰਾ, ਪ੍ਰਾਣ ਜਾਣ ਲੱਗ ਜਿਨੋ ਨਵੇਰਾ। ਪਾਤਸ਼ਾਹ ਕਹਿੰਦੇ ਆ ਜੇ ਉਸ ਅਕਾਲ ਪੁਰਖ ਵਾਹਿਗੁਰੂ ਕਰਤੇ ਦੇ ਨਾਲ ਐਸਾ ਪ੍ਰੇਮ ਬਣ ਜਾਏ, ਕਿਤੇ ਉਸ ਖੁਦਾਵੰਦ ਦੇ ਨਾਲ, ਉਸ ਰੱਬ ਦੇ ਨਾਲ ਕਿਤੇ ਐਸੀ ਪ੍ਰੀਤ ਪੈ ਜਾਏ ਕਿ ਸਰੀਰ ਚੋਂ ਜਾਨ ਤੇ ਭਾਵੇਂ ਨਿਕਲ ਜਾਏ, ਬੰਦ ਤੇ ਭਾਵੇਂ ਕੱਟੇ, ਜਬੜ ਤੇ ਭਾਵੇਂ ਲੱਥ ਜਾਏ, ਦੇਗ ਦੇ ਵਿੱਚ ਉਬਾਲੇ ਤੇ ਭਾਵੇਂ ਖਾਣੇ ਪੈਣ, ਪਰ ਉਹ ਪ੍ਰੇਮ, ਉਹ ਸੱਚਾ ਪ੍ਰੇਮ, ਉਹ ਜਿਹੜਾ ਵਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ, ਆਪਣੇ ਗੁਰੂ ਦੇ ਨਾਲ ਉਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਹੈ। ਤੁਸੀਂ ਸਮਝਾਂਗੇ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਬਦ ਵਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਇਹ ਉੱਥੇ ਕੀਤਾ ਜਾ ਸਕਦਾ ਜਿੱਥੇ ਪ੍ਰੇਮ ਹੋਵੇ, ਕਿ ਕਿਸੇ ਪ੍ਰਕਾਰ ਹੰਕਾਰ ਨਹੀਂ ਕਰਨਾ, ਉਹਦੀ ਸ਼ਰਨ ਵਿੱਚ ਰਹਿਣਾ, ਜੋ ਉਹਨੇ ਕਰ ਦਿੱਤਾ ਉਹਨੂੰ ਚੰਗਾ ਕਰਕੇ ਮੰਨਣਾ ਵੀ ਕੋਈ ਨਹੀਂ ਆਪਣਾ ਹੀ ਆ, ਜੋ ਕੀਤਾ ਇਹਨੇ ਚੰਗਾ ਕੀਤਾ ਆ, ਜੋ ਉਹਨੇ ਕੀਤਾ ਉਹਨੇ ਭਲਾ ਕੀਤਾ ਆ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ, ਜੋ ਉਹ ਕਰੇ ਉਹੀ ਭਲਾ ਹੈ। ਇਹ ਆ ਪ੍ਰੇਮ ਦਾ ਮਾਰਗ, ਤੇ ਇਸੇ ਪ੍ਰੇਮ ਦਾ ਹਵਾਲਾ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮੀ ਜਪ ਬਿਨ ਮਖ ਜੋਗ, ਪ੍ਰਾਪਤ ਊਤ ਉਚੇਰੇ ਲੋਗ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਕਿ ਜਿਹਦਾ ਸੱਚਾ ਪ੍ਰੇਮ ਜਾਂ ਪ੍ਰੇਮਾ ਭਗਤੀ ਦੇ ਰੰਗ ਵਿੱਚ ਜਿਹੜਾ ਰੰਗਿਆ ਹੋਇਆ ਹੈ, ਉਹਨੂੰ ਜਪ ਤੇ ਤਪ ਦੇ ਬਿਨਾਂ ਹੀ ਮੋਕਸ਼ ਪ੍ਰਾਪਤ ਹੋ ਜਾਂਦੀ ਹੈ। ਮਹਿਮਾ ਮੁਖ ਗਾਈ, ਕਿਤਕ ਸਮੇਂ ਤਰੇ ਗੁਸਾਈ। ਕਲਗੀਧਰ ਸਤਿਗੁਰਾਂ ਨੇ ਇਵੇਂ ਸੱਚਾ ਪ੍ਰੇਮ ਦਾ ਮਹਾਤਮ ਸਾਰੇ ਗੁਰਸਿੱਖਾਂ ਦੇ ਵਿੱਚ ਦੱਸਿਆ ਹੈ। ਕਹਿਓ ਬਿਰਤੰਤ ਵਿਰਾਟ ਫੇਰ, ਬਿਨਾ ਪਾਲ ਵਿਪ ਚੜਿਓ ਅਖੇਰ। ਇਵੇਂ ਉਹ ਜਦੋਂ ਗੱਲ ਪੂਰੀ ਹੋ ਗਈ ਤੇ ਉਪਰੰਤ ਫਿਰ ਗੁਰਸਿੱਖ ਆਪਸ ਵਿੱਚ ਪੁੱਛਣ ਲੱਗ ਪਏ, ਕਿਲ੍ਹਾ ਕਿੰਨੇ ਬਣਾਇਆ ਹੋਵੇਗਾ, ਇਹ ਕਿਲ੍ਹਾ ਕਿਹਦੇ ਰਾਹੀਂ ਬਣਿਆ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ ਉੱਥੇ, ਫਿਰ ਵਿਰਾੜ ਜਿਹੜੇ ਨਾਲ ਸੀ ਸੰਗਤ ਜੀ, ਇਹ ਫਿਰ ਦੱਸਣ ਲੱਗ ਪਏ, ਕਹਿੰਦੇ ਕਿ ਬਿਨੈ ਪਾਲ ਨ੍ਰਿਪ ਚੜਿਓ ਅਖੇਰ। ਇੱਕ ਵਾਰੀ ਇਸ ਇਲਾਕੇ ਦੇ ਵਿੱਚ ਬਿਨੈ ਪਾਲ ਨਾਂ ਦਾ ਰਾਜਾ ਸ਼ਿਕਾਰ ਖੇਡਣ ਵਾਸਤੇ ਜਦੋਂ ਨਿਕਲਿਆ ਤਾਂ ਜਦੋਂ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਤੇ ਉਹਨੇ ਇੱਕ ਕੌਤਕ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ। ਕਹਿਣ ਲੱਗੇ ਇੱਕ ਬੱਕਰੀ ਜਿਹਨੇ ਇੱਕ ਛੋਟੇ ਜਿਹੇ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ, ਤੇ ਕਹਿਣ ਲੱਗੇ ਉਸੇ ਵੇਲੇ ਇੱਕ ਸ਼ੇਰ ਉਸ ਬੱਕਰੀ ਨੂੰ ਤੇ ਉਹਦੇ ਉਸ ਲੇਲੇ ਨੂੰ ਖਾਣ ਵਾਸਤੇ ਜਦੋਂ ਅਗਾਂਹ ਵਧਿਆ, ਤੇ ਇਸ ਬਿਨੈਪਾਲ ਰਾਜੇ ਨੇ ਕੀ ਵੇਖਿਆ, ਉਹ ਜਿਹੜੀ ਬੱਕਰੀ ਜਿਹਨੇ ਉਸ ਛੋਟੇ ਜਿਹੇ ਬਾਲ ਨੂੰ ਆਪਣੇ ਲੇਲੇ ਨੂੰ ਜਨਮ ਦਿੱਤਾ, ਉਹਦਾ ਬਚਾਅ ਕਰਨ ਵਾਸਤੇ ਸ਼ੇਰ ਦਾ ਅੱਗੋਂ ਟਾਕਰਾ ਕਰ ਰਹੀ ਆ। ਹੁਣ ਆਏ ਤੇ ਇਹ ਚਾਹੀਦਾ ਸੀ ਕਿ ਉਹ ਆਪਣੇ ਬੱਚੇ ਨੂੰ ਛੱਡ ਦਿੰਦੀ ਤੇ ਦੌੜ ਜਾਂਦੀ ਉੱਥੋਂ, ਪਰ ਉਹ ਦੌੜੀ ਨਹੀਂ, ਉੱਥੇ ਉਹ ਸ਼ੇਰ ਦਾ ਡਟ ਕੇ ਅੱਗੋਂ ਮੁਕਾਬਲਾ ਕਰਦੀ ਹੈ। ਕਿੰਨਾ ਕੁ ਚਿਰ ਉਹਦੇ ਸਾਹਮਣੇ ਰੁਕ ਸਕਦੀ, ਪਰ ਉਹਨੇ ਹਿੰਮਤ ਰੱਖੀ, ਉਹ ਡਰੀ ਨਹੀਂ, ਘਬਰਾਈ ਨਹੀਂ। ਉਸ ਵੇਲੇ ਅਜਾ ਪ੍ਰਸੂਤਾ ਬ੍ਰਿਕ ਸੋ ਲਰੈ, ਆਪਣੋ ਬਤਸ਼ ਬਚਾਵਣ ਕਰੈ। ਆਪਣੇ ਬੱਚੇ ਦੀ ਰਖਵਾਲੀ ਕਰਨ ਵਾਸਤੇ ਬੱਕਰੀ ਸ਼ੇਰ ਦੇ ਨਾਲ ਆਡਾ ਲਾ ਕੇ ਬੈਠੀ ਹੈ। ਤੇ ਉਸ ਵੇਲੇ ਉਸ ਰਾਜੇ ਨੇ ਇਸ ਗੱਲ ਨੂੰ ਵੇਖਿਆ ਵੀ ਇਹ ਧਰਤੀ, ਇਹ ਔਰਾ, ਇੱਥੋਂ ਦੀ ਥਾਂ ਇਹ ਬੜੀ ਤਾਕਤ ਵਾਲੀ ਆ। ਇਹ ਥਾਂ ਤੇ ਕਦੇ ਕੋਈ ਜਿੱਤ ਨਹੀਂ ਸਕਦਾ ਕਿ ਜਿੱਥੇ ਇੱਕ ਬੱਕਰੀ ਸ਼ੇਰ ਦਾ ਟਾਕਰਾ ਕਰ ਰਹੀ ਆ, ਇਹੋ ਜੀ ਥਾਂ ਨੂੰ ਚੁਣ ਕੇ ਇੱਥੇ ਕਿਲ੍ਹਾ ਬਣਾਉਣਾ ਚਾਹੀਦਾ। ਤੇ ਤਾਂ ਕਰਕੇ ਇਹ ਗੱਲ ਮੰਨੀ ਜਾਂਦੀ ਆ ਕਿ ਇਹ ਬਿਨੈਪਾਲ ਰਾਜੇ ਨੇ ਇਸ ਧਰਤੀ ਤੇ ਤਾਂ ਕਰਕੇ ਕਿਲ੍ਹਾ ਬਣਾਇਆ ਸੀ, ਕਿਉਂਕਿ ਇੱਥੋਂ ਦਾ ਜਿਹੜਾ ਔਰਾ ਆ ਜਾਂ ਇੱਥੋਂ ਦੀ ਇਹ ਧਰਤੀ ਜਿਹੜੀ ਆ, ਇਹਦੇ ਵਿੱਚ ਬੜੀ ਤਾਕਤ ਤੇ ਬੜਾ ਬਲ ਆ। ਇੱਥੇ ਬੱਕਰੀਆਂ ਸ਼ੇਰਾਂ ਦਾ ਮੁਕਾਬਲਾ ਕਰਦੀਆਂ। ਜੋ ਬਰਾੜ ਦੱਸ ਰਿਹਾ ਜੀ, ਇਹ ਗਾਥਾ ਪ੍ਰਚਲਿਤ ਹੈ। ਉਸ ਰਾਜੇ ਨੇ ਬੱਕਰੀ ਨੂੰ ਸ਼ੇਰ ਦਾ ਮੁਕਾਬਲਾ ਕਰਦਿਆਂ ਤੇ ਆਪਣੇ ਬੱਚੇ ਨੂੰ ਬਚਾਉਂਦਿਆਂ ਵੇਖਿਆ ਸੀ, ਤਾਂ ਕਰਕੇ ਉਹਨੇ ਇਸ ਥਾਂ ਦੇ ਉੱਤੇ ਉਦੋਂ ਫਿਰ ਕਿਲ੍ਹਾ ਬਣਾਇਆ ਹੈ।
ਕੋ ਪਾਵਨ ਕਰੀਐ ਜਿਤ ਜਿਤ ਤੇ ਨਰ ਬੁੱਧ ਕਰੀਐ। ਇਸ ਵਾਸਤੇ ਉਹ ਕਿਲਾ ਬਣਾਉਣਾ ਚਾਹੁੰਦਾ ਸੀ। ਉਹਨੇ ਫਿਰ ਆਪਣੀਆਂ ਵਜ਼ੀਰਾਂ ਨੂੰ ਆਦੇਸ਼ ਦਿੱਤਾ, ਕਹਿੰਦਾ ਛੇਤੀ ਛੇਤੀ ਬਹੁਤ ਸਾਰੇ ਬੰਦੇ ਇੱਥੋਂ ਇਕੱਠੇ ਕਰਕੇ ਲੈ ਕੇ ਆਓ ਤੇ ਮੈਂ ਛੇਤੀ ਹੀ ਇੱਥੇ ਕਿਲਾ ਬਣਾਉਣਾ ਚਾਹੁੰਦਾ ਹਾਂ। ਕੋਜੇ ਨਾ ਪਾਵਨ ਘਨੇ ਜਾਣਿਓ ਸ਼ੀਘਰ ਦੁਰਗ ਨਾ ਬਨੇ। ਤੇ ਉਹਨਾਂ ਵਜ਼ੀਰਾਂ ਨੇ ਬੜੀ ਕਹਿੰਦੇ ਮਸ਼ੱਕਤ ਕੀਤੀ ਉਸ ਵੇਲੇ। ਇਹ ਬੈਰਾੜ ਦੱਸ ਰਿਹਾ ਜੀ ਗੁਰਸਿੱਖਾਂ ਨੂੰ, ਗੁਰਸਿੱਖ ਜਿਹੜੇ ਕਲਗੀਧਰ ਸਤਿਗੁਰਾਂ ਦੇ ਨਾਲ ਨੇ। ਕਲਗੀਧਰ ਸਤਿਗੁਰੂ ਜੀ ਬਠਿੰਡੇ ਦੇ ਕਿਲੇ ਵਿੱਚ ਆ, ਉਹਦਾ ਇਤਿਹਾਸ ਕੀ, ਉਹ ਬਣਿਆ ਕਿਵੇਂ, ਇਹ ਦਾਸਤਾਨ ਚੱਲ ਰਹੀ ਆ। ਹੁਣ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਸਿੱਖਾਂ ਨੂੰ ਬੈਰਾੜ ਦੱਸਦੇ, ਕਹਿੰਦੇ ਜੀ ਰਾਜੇ ਨੇ ਉਸ ਵੇਲੇ ਫਿਰ ਆਪਣੇ ਵਜ਼ੀਰਾਂ ਨੂੰ ਭੇਜਿਆ। ਉਹ ਵਜ਼ੀਰ ਇੱਧਰੋਂ ਉੱਧਰੋਂ ਬੰਦੇ ਇਕੱਠੇ ਕਰਕੇ ਮਜ਼ਦੂਰ ਇਕੱਠੇ ਕਰਨ ਵਾਸਤੇ ਚਲੇ ਗਏ। ਉਹਨਾਂ ਬੜਾ ਯਤਨ ਕੀਤਾ ਪਰ ਬਹੁਤੇ ਬੰਦੇ ਉਹਨਾਂ ਨੂੰ ਲੱਭੇ ਨਹੀਂ ਕਿਲਾ ਤਿਆਰ ਕਰਨ ਵਾਸਤੇ। ਤੇ ਰਾਜੇ ਨੇ ਜਾਣਿਆ ਕਿ ਜਿੰਨੇ ਕੁ ਬੰਦੇ ਇਹ ਇਕੱਠੇ ਕਰਕੇ ਲੈ ਕੇ ਆਇਆ, ਕਈ ਸਾਲ ਲੰਘ ਜਾਣਗੇ ਤਾਂ ਵੀ ਕਿਲਾ ਬਣ ਕੇ ਤਿਆਰ ਨਹੀਂ ਹੋਣਾ, ਤੇ ਮੈਨੂੰ ਕਿਲਾ ਇੱਥੇ ਜਲਦੀ ਚਾਹੀਦਾ ਹੈ। ਉਸ ਵੇਲੇ ਉਸ ਰਾਜੇ ਬਿਨੈਪਾਲ ਨੇ ਕੀ ਕੀਤਾ ਫਿਰ, ਕਿਉਂਕਿ ਉਹ ਰਾਜਾ ਸੀ, ਜਿਹੜੇ ਕਿਸਾਨ ਮਜ਼ਦੂਰੀ ਕਰਦੇ, ਕਿਸਾਨੀ ਕਰਦੇ ਸੀ, ਉਹ ਜਿੰਨੀ ਫਸਲ ਹੁੰਦੀ ਉਹਦੇ ਚੋਂ ਹਿੱਸਾ ਦਿੱਤਾ ਜਾਂਦਾ ਹੁੰਦਾ ਸੀ। ਕਈ ਵਾਰ ਅੱਧੋ ਅੱਧ ਹੁੰਦਾ ਸੀ, ਕਈ ਵਾਰ ਤੀਜਾ ਹਿੱਸਾ, ਕਈ ਵਾਰ ਚੌਥਾ ਹਿੱਸਾ ਹੁੰਦਾ ਸੀ। ਹੁਣ ਇਸ ਰਾਜੇ ਨੇ ਐਲਾਨ ਕੀਤਾ ਉਸ ਵੇਲੇ, ਕਹਿੰਦਾ ਕਿ ਜਿੰਨੇ ਕਿਸਾਨ ਅੱਜ ਦੇ ਸਮੇਂ 'ਚ ਆ ਕੇ ਮੇਰੀ ਮਦਦ ਕਰਨਗੇ, ਇਸ ਕਿਲੇ ਨੂੰ ਬਣਾਉਣ ਵਿੱਚ ਮੇਰੀ ਸਹਾਇਤਾ ਕਰਨਗੇ, ਮੈਂ ਉਹਨਾਂ ਦਾ ਟੈਕਸ ਮਾਫ ਕਰ ਦਿਆਂਗਾ। ਤੇ ਐਵੇਂ ਫਿਰ ਜਦੋਂ ਲਾਲਚ ਦੇ ਦਿੱਤਾ ਤੇ ਕਈਆਂ ਪਿੰਡਾਂ ਦੇ ਵਿੱਚੋਂ ਜ਼ਿਮੀਂਦਾਰ, ਕਿਸਾਨ, ਮਜ਼ਦੂਰ ਇਕੱਠੇ ਹੋ ਕੇ ਆਏ। ਉਹਨਾਂ ਨੇ ਬੜੀ ਛੇਤੀ ਆ ਕੇ ਬਹੁਤ ਸਾਰੀ ਮਿੱਟੀ ਇਕੱਠੀ ਸੁੱਟੀ, ਉਸ ਕਿਲੇ ਨੂੰ ਬਣਾਉਣਾ ਆਰੰਭ ਕਰ ਦਿੱਤਾ ਹੈ। ਤੇ ਕਹਿਣ ਲੱਗੇ ਇਸ ਪ੍ਰਕਾਰ ਬੜੀ ਕਾਹਲੀ ਦੇ ਨਾਲ ਜਦੋਂ ਬਹੁਤੇ ਬੰਦੇ ਇਕੱਠੇ ਹੋ ਗਏ, ਲੇਬਰ ਮਿਲ ਗਈ, ਤੇ ਉਸ ਰਾਜੇ ਨੇ ਥੋੜੇ ਹੀ ਸਮੇਂ ਵਿੱਚ ਕਿਲਾ ਤਿਆਰ ਕਰ ਦਿੱਤਾ ਹੈ। ਤੇ ਕਹਿਣ ਲੱਗੇ ਫਿਰ ਇਵੇਂ ਵੀ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਰਾਜੇ ਨੇ ਇਸ ਕਿਲੇ ਤੋਂ ਪਟਨੌਰ ਦੇ ਕਿਲੇ ਤੱਕ ਇੱਕ ਸੁਰੰਗ ਜਿਹੜੀ ਆ ਉਹ ਥੱਲੇ ਥੱਲੇ ਖੁਦਵਾਈ ਹੈ। ਇਸ ਪ੍ਰਕਾਰ ਕੁਝ ਹੋਰ ਵਾਰਤਾਲਾਪ ਵੀ ਸਤਿਗੁਰੂ ਜੀ, ਸਤਿਗੁਰੂ ਦੇ ਸਿੰਘ ਤੇ ਬੈਰਾੜਾਂ ਦੇ ਵਿੱਚ ਹੋ ਰਹੀ ਹੈ। ਇਵੇਂ ਸਾਰਾ ਦਿਨ ਬਤੀਤ ਹੋ ਗਿਆ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰਸਿੱਖਾਂ ਨੇ ਰਾਤ ਵੇਲੇ ਪ੍ਰਸ਼ਾਦਾ ਛਕਿਆ। ਸੂਰਜ ਅਸਤ ਹੋਇਆ, ਸਾਰਿਆਂ ਆਰਾਮ ਕੀਤਾ। ਜਦੋਂ ਸਵੇਰੇ ਸੂਰਜ ਉਦੈ ਹੋਇਆ, ਦੀਵਾਨ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਸਤਿਗੁਰਾਂ ਨੇ ਘੋੜਿਆਂ ਤੇ ਕਾਠੀਆਂ ਪਾਉਣ ਦਾ ਆਦੇਸ਼ ਦੇ ਦਿੱਤਾ ਹੈ। ਐਵੇਂ ਸਤਿਗੁਰੂ ਜੀ ਤਿਆਰ ਬਰ ਤਿਆਰ ਹੋ ਕੇ ਫਿਰ ਉਸ ਕਿਲੇ ਤੋਂ ਰਵਾਨਾ ਹੋਏ। ਬਹੁਤ ਸਾਰਾ ਰਸਤਾ ਉਲੰਘ ਕੇ ਤੈਅ ਕਰਕੇ ਮੰਜ਼ਲਾਂ ਸਤਿਗੁਰੂ ਜੀ ਸੰਮੀ ਨਗਰ ਆ ਪਹੁੰਚੇ ਹਨ। ਉਸ ਪਿੰਡ ਦੇ ਲੋਕ ਸੰਗਤੀ ਰੂਪ ਵਿੱਚ ਕਲਗੀਧਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਜਥਾ ਸ਼ਕਤ ਭੇਟਾਵਾਂ ਵੀ ਸਤਿਗੁਰੂ ਜੀ ਨੂੰ ਉਹ ਭੇਟਾ ਕਰ ਰਹੇ ਹਨ। ਦਰਸ਼ਨ ਕਰ ਪਦ ਬੰਦਕ ਸਾਰੇ ਦੁਗਲ ਦਦੀ ਦੇ ਧਰਿਓ ਅਗਾਰੇ। ਸਤਿਗੁਰਾਂ ਦੇ ਇਹਨਾਂ ਨੇ ਦਰਸ਼ਨ ਕੀਤੇ, ਚਰਨਾਂ ਤੇ ਨਮਸਕਾਰ ਕੀਤੀ। ਬਹੁਤ ਸਾਰਾ ਦਹੀਂ, ਦੁੱਧ, ਘਿਓ, ਮਿੱਠਾ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਸਨ। ਸਤਿਗੁਰਾਂ ਵਾਸਤੇ ਦਹੀਂ, ਦੁੱਧ, ਗੁਰਸਿੱਖਾਂ ਵਾਸਤੇ ਇਹ ਸਾਰੀ ਰਸਦ ਭੇਜੀ ਤੇ ਨਾਲੇ ਘੋੜਿਆਂ ਦੇ ਵਾਸਤੇ ਵੀ 3 ਦਾਣਾ ਲੈ ਕੇ ਪਹੁੰਚੇ ਨੇ। ਲੰਗਰ ਤਿਆਰ ਹੋਇਆ ਹੈ। ਕਲਗੀਧਰ ਸਤਿਗੁਰਾਂ ਨੇ ਉਹ ਵਾਲੀ ਰਾਤ ਜਿਹੜੀ ਆ ਉਹ ਸੰਮੀ ਨਗਰ ਦੇ ਵਿੱਚ ਬਠਿੰਡੇ ਦੇ ਪਾਸ ਬਤੀਤ ਕੀਤੀ ਹੈ। ਤੇ ਜਦੋਂ ਅਗਲੀ ਸਵੇਰ ਹੋ ਗਈ, ਸਤਿਗੁਰਾਂ ਨੇ ਘੋੜੇ ਨੂੰ ਅੱਡੀ ਲਾਈ ਤੇ ਸਿੱਖਾਂ ਦੇ ਸਮੇਤ ਕਲਗੀਧਰ ਪਾਤਸ਼ਾਹ ਜੀ ਵਾਪਸ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਿੱਥੋਂ ਚੱਲੇ ਸੀ ਉੱਥੇ ਹੀ ਵਾਪਸ ਆ ਪਹੁੰਚੇ। ਜਦੋਂ ਸਤਿਗੁਰਾਂ ਦਾ ਆਉਣਾ ਸੁਣਿਆ ਤੇ ਭਾਈ ਡੱਲਾ ਦੁਬਾਰਾ ਸਾਹਿਬਾਂ ਦੇ ਚਰਨਾਂ ਵਿੱਚ ਆ ਪਹੁੰਚਿਆ ਹੈ।
ਸਤਿਗੁਰਾਂ ਨੂੰ ਆ ਕੇ ਭਾਈ ਡੱਲੇ ਨੇ ਤੇ ਬਾਕੀ ਦੀਆਂ ਸੰਗਤਾਂ ਨੇ ਨਮਸਕਾਰ ਕੀਤੀ ਹੈ। ਦਿਆਲ ਦਾਸ ਸਕਤਾ ਪਰ ਜੋਏ ਸੰਗ ਲੈ ਫਿਰ ਲਿਆਇਓ ਸੋਏ। ਤੇ ਕਵੀ ਜੀ ਕਹਿੰਦੇ ਉਹ ਦਿਆਲ ਦਾਸ ਵਿਚਾਰਾ ਨਾਲ ਨਾਲ ਹੀ ਤੁਰਿਆ ਫਿਰਦਾ ਸੀ, ਭੁੱਚੋ ਨਗਰ ਵਾਲਾ, ਜਿਹਨੂੰ ਸਾਹਿਬਾਂ ਨੇ ਆਖਿਆ ਸੀ ਅੰਮ੍ਰਿਤ ਛਕ ਲੈ ਗੁਰੂ ਵਾਲਾ ਬਣ ਜਾ। ਕਹਿੰਦਾ ਮੈਨੂੰ ਲੋੜ ਨਹੀਂ, ਮੈਂ ਸਾਡੇ ਤੇ ਵੱਡੇ ਵਡੇਰੇ ਸਿੱਖ ਸੀ, ਮੈਂ ਤੇ ਉਹਨਾਂ ਵਰਗਾ ਹੀ ਸਿੱਖ ਰਹਿਣਾ, ਮੈਂ ਕਿਰਪਾਨ ਨਹੀਂ ਪਾਉਣੀ, ਮੈਂ ਕੱਛ ਧਾਰਨ ਨਹੀਂ ਕਰਨੀ ਪਾਤਸ਼ਾਹ ਜੀ, ਮੈਂ ਨਹੀਂ ਖੰਡੇ ਬਾਟੇ ਦਾ ਪੌੜ ਅੰਮ੍ਰਿਤ ਨਹੀਂ ਛਕਣਾ। ਮੈਂ ਕਲਗੀਧਰ ਸਤਿਗੁਰਾਂ ਨੇ ਵਾਰ-ਵਾਰ ਆਖਿਆ ਤੇ ਕਹਿੰਦਾ ਨਹੀਂ ਜੀ ਹੁਣ ਬੁੱਢਾ ਹੋ ਗਿਆ ਵਾ, ਹੁਣ ਕਿੱਥੇ ਅੰਮ੍ਰਿਤ ਛਕਿਆ ਜਾਣਾ। ਕਲਗੀਧਰ ਸਤਿਗੁਰਾਂ ਨੇ ਵਾਰ-ਵਾਰ ਕਿਹਾ ਸੀ, ਫਿਰ ਨਹੀਂ ਸੀ ਮੰਨਿਆ ਤੇ ਸਤਿਗੁਰਾਂ ਕੋਲ ਉੱਠ ਕੇ ਚਲ ਗਿਆ ਤੇ ਸਤਿਗੁਰਾਂ ਦੇ ਸਿੱਖਾਂ ਨੇ ਇਹਦਾ ਨਾਮ ਪਾਤਾ ਸੀ ਭਗਤੂ ਕੰਮ ਸੰਦ, ਕਿਉਂਕਿ ਇਹ ਭਾਈ ਭਗਤੂ, ਉਹ ਭਾਈ ਭਗਤੂ ਜੀ ਜਿਹਦੇ ਪਿਤਾ ਦਾ ਨਾਮ ਭਾਈ ਆਦਮ ਆ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਇਸ ਪੁੱਤਰ ਦੀ ਦਾਤ ਬਖਸ਼ੀ ਸੀ ਭਾਈ ਭਗਤੂ ਦੀ। ਭਾਈ ਭਗਤੂ ਦਾ ਪੁੱਤਰ ਆ ਭਾਈ ਗੌਰਾ, ਭਾਈ ਗੌਰੇ ਦਾ ਪੁੱਤਰ ਆ ਅੱਗੇ ਫਿਰ ਇਹ ਦਿਆਲ ਦਾਸ, ਜਿਹਨੂੰ ਸਤਿਗੁਰਾਂ ਕਿਹਾ ਸੀ ਦਿਆਲ ਸਿੰਘ ਬਣ ਜਾ। ਹੁਣ ਇਹਦਾ ਨਾਮ ਭਗਤੂ ਕਾ ਮਸੰਦ ਸਿੱਖਾਂ ਨੇ ਰੱਖ ਦਿੱਤਾ। ਹੁਣ ਸਤਿਗੁਰੂ ਜੀ ਇਹਦੇ ਪਿੰਡਾਂ ਥਾਣੀ ਲੰਘ ਕੇ ਗਏ, ਇਹਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸੀ, ਪਰ ਸਾਹਿਬਾਂ ਨੇ ਇਹਦਾ ਪ੍ਰਸ਼ਾਦਾ ਪ੍ਰਵਾਨ ਨਹੀਂ ਕੀਤਾ। ਤੂੰ ਤਾਂ ਗੱਲ ਤੇ ਮੰਨਦਾ ਨਹੀਂ, ਤੇਰਾ ਲੰਗਰ ਨੂੰ ਕੀ ਕਰੀਏ ਅਸੀਂ ਆਪਾਂ। ਇਹ ਗੱਲ ਮੈਂ ਕੱਲ ਵੀ ਕੀਤੀ ਸੀ, ਦੁਬਾਰਾ ਰਿਪੀਟ ਕਰਾਂ, ਇਹ ਗੱਲ ਸਾਨੂੰ ਵੀ ਬਚਣੀ ਚਾਹੀਦੀ ਆ ਕਿ ਜੇ ਅਸੀਂ ਸੇਵਾ ਕਰਦੇ ਹਾਂ ਤੇ ਫਿਰ ਇਸ ਗੱਲ ਦਾ ਵੀ ਖਿਆਲ ਕਰੀਏ ਕਿ ਸਤਿਗੁਰੂ ਸਾਹਿਬ ਮਹਾਰਾਜ ਨੇ ਹੁਕਮ ਸਾਨੂੰ ਕੀ ਕੀਤਾ ਹੈ, ਸਾਡੀ ਸੇਵਾ ਕਿਹੜੀ ਪ੍ਰਵਾਨ ਹੋਣੀ ਆ। ਸੇਵਾ ਕੀਤੀ ਸਫਲ ਹੈ ਜੇ ਸਤਿਗੁਰੂ ਕਾ ਮਨ ਮੰਨੇ। ਜੇ ਸਤਿਗੁਰੂ ਦਾ ਮਨ ਮੰਨਦਾ ਤੇ ਉਹ ਸੇਵਾ ਪ੍ਰਵਾਨ ਹੁੰਦੀ ਹੈ, ਤੇ ਜੇ ਅਸੀਂ ਸਤਿਗੁਰੂ ਦੀ ਗੱਲ ਨਹੀਂ ਮੰਨਦੇ ਤੇ ਕਹੀਏ ਸਾਡੀ ਸੇਵਾ ਪ੍ਰਵਾਨ ਹੋ ਜਾਏ, ਇਹ ਤਾਂ ਸਤਿਗੁਰੂ ਸਾਹਿਬ ਹੀ ਆ ਫਿਰ ਕਿਰਪਾ ਕਰਕੇ ਜੇ ਸੇਵਾ ਪ੍ਰਵਾਨ ਕਰ ਲੈਣ ਤਾਂ। ਪਰ ਇਸ ਸਾਖੀ ਦੇ ਵਿੱਚ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਖਿਆ ਨਹੀਂ ਭਾਈ ਤੂੰ ਗੱਲ ਨਹੀਂ ਮੰਨੀ, ਤੇਰਾ ਪ੍ਰਸ਼ਾਦਾ ਵੀ ਨਹੀਂ ਛਕਣਾ ਅਸੀਂ। ਕਹਿੰਦਾ ਜੀ ਕੜਾਹ ਬਣਿਆ, ਪਾਤਸ਼ਾਹ ਕਹਿੰਦੇ ਨਹੀਂ ਛਕਣਾ, ਆਪ ਵੀ ਨਹੀਂ ਛਕਿਆ, ਸਿੱਖਾਂ ਨੂੰ ਵੀ ਨਹੀਂ ਛਕਣ ਦਿੱਤਾ। ਇੱਥੋਂ ਤੱਕ ਤੁਸੀਂ ਸਾਖੀ ਸਰਵਣ ਕੀਤੀ ਹੈ ਕਿ ਇਹਦੇ ਨਗਰ ਦੇ ਵਿੱਚੋਂ ਵਾਰ-ਵਾਰ ਘੋੜੇ ਨੂੰ ਪਾਣੀ ਪਿਉਣ ਵਾਸਤੇ ਸਤਿਗੁਰਾਂ ਨੇ ਉਹਦੀ ਧੌਣ ਨੂੰ ਇਸ਼ਾਰਾ ਕੀਤਾ ਤੇ ਉਹ ਇੰਨਾ ਸੁਚੇਤ ਸੀ, ਇੰਨੀ ਗੱਲ ਨੂੰ ਸਮਝਦਾ ਸੀ, ਉਸ ਘੋੜੇ ਨੇ ਇਸ ਭੁੱਚੋ ਨਗਰ ਦੇ ਵਿੱਚੋਂ ਪਾਣੀ ਦੀ ਘੁੱਟ ਨਹੀਂ ਸੀ ਪੀਤੀ। ਸਤਿਗੁਰਾਂ ਵਾਰ-ਵਾਰ ਇਸ਼ਾਰਾ ਕੀਤਾ, ਉਹਨੇ ਜਦੋਂ ਪਾਣੀ ਨਾ ਪੀਤਾ ਤੇ ਸਾਹਿਬਾਂ ਨੇ ਆਖਿਆ ਸੀ ਇਹ ਜਾਨਵਰ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਬੰਦਾ ਸਤਿਗੁਰਾਂ ਦੇ ਬਚਨ ਨੂੰ ਇਹਨੇ ਪ੍ਰਵਾਨ ਨਹੀਂ ਕੀਤਾ, ਸਤਿਗੁਰਾਂ ਦਾ ਬਚਨ ਇਹਨੇ ਮੋੜਿਆ ਆ। ਕਲਗੀਧਰ ਸਤਿਗੁਰਾਂ ਦੇ ਜਦੋਂ ਇਹਨੇ ਪ੍ਰਸ਼ਾਦਾ ਤਿਆਰ ਕੀਤਾ, ਪੁੱਛਦਾ ਫਿਰ ਭਾਈ ਰਾਮ ਸਿੰਘ ਨੂੰ ਕੀ ਕਰਾਂ। ਉਹ ਕਹਿੰਦਾ ਤੂੰ ਇੱਦਾਂ ਕਰ, ਜਿਹੜਾ ਪ੍ਰਸ਼ਾਦਾ ਤਿਆਰ ਹੋਇਆ ਹੈ ਨਾ ਇਹਨੂੰ ਨਾਲ ਲੱਦ ਲੈ ਤੇ ਕਲਗੀਧਰ ਸਤਿਗੁਰਾਂ ਦੇ ਨਾਲ ਨਾਲ ਹੀ ਤੁਰਿਆ ਚੱਲ, ਹੋ ਸਕਦਾ ਕਿਤੇ ਮਿਹਰ ਦੀ ਨਿਗਾਹ ਤੇਰੇ ਤੇ ਪੈ ਜਾਏ ਤੇ ਤੈਨੂੰ ਸਤਿਗੁਰੂ ਜੀ ਬਖਸ਼ ਦੇਣ, ਤੈਨੂੰ ਮਾਫ ਕਰ ਦੇਣ। ਹੁਣ ਇਹ ਚਾਹੁੰਦਾ ਸੀ ਮੈਂ ਅੰਮ੍ਰਿਤ ਛਕ ਲਵਾਂ, ਚਾਹੁੰਦਾ ਸੀ ਪਰ ਆਪਣੀ ਜ਼ੁਬਾਨੋਂ ਨਹੀਂ ਸੀ ਕਹਿੰਦਾ। ਹੁਣ ਇਹਨੇ ਪ੍ਰਸ਼ਾਦਾ ਪਾਣੀ ਨਾਲ ਲੈ ਲਿਆ ਸਾਰਾ, ਕਲਗੀਧਰ ਸਤਿਗੁਰਾਂ ਦੇ ਨਾਲ ਨਾਲ ਭੁੱਚੋ ਨਗਰ ਤੋਂ ਚੱਲਿਆ। ਜਿੱਥੇ ਸਤਿਗੁਰੂ ਜੀ ਬਠਿੰਡੇ ਕਿਲੇ 'ਚ ਪਹੁੰਚੇ ਉੱਥੇ ਵੀ 2-3 ਰਾਤਾਂ ਨਾਲ ਰਿਹਾ। ਫਿਰ ਸਤਿਗੁਰੂ ਜੀ ਸੰਮੀ ਨਗਰ ਆ ਗਏ, ਉੱਥੇ ਵੀ ਨਾਲ। ਹੁਣ ਉਹ ਸਾਰਾ ਕੁਝ ਲੈ ਕੇ ਤੇ ਕਲਗੀਧਰ ਸਤਿਗੁਰਾਂ ਨਾਲ ਦਮਦਮਾ ਸਾਹਿਬ ਆ ਪਹੁੰਚਿਆ ਹੈ। ਰਾਮ ਸਿੰਘ ਤਨ ਅਰਜ ਬਖਾਨੀ ਬਖਸ਼ੋ ਪ੍ਰਭੂ ਆਪ ਨੂੰ ਜਾਨੀ। ਤੇ ਹੁਣ ਦਿਆਲ ਦਾਸ ਨੇ ਭਾਈ ਰਾਮ ਸਿੰਘ ਨੂੰ ਆਖਿਆ ਵੀ ਤੂੰ ਕਿਹਾ ਸੀ ਨਾਲ ਨਾਲ ਆ ਜਾ, ਮੈਂ ਤੇ ਨਾਲ ਨਾਲ ਆ, ਹੁਣ ਕਰ ਬੇਨਤੀ ਤੂੰ ਸਾਹਿਬਾਂ ਦੇ ਚਰਨਾਂ ਵਿੱਚ। ਭਾਈ ਰਾਮ ਸਿੰਘ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਦਿਆਲ ਦਾਸ ਵੱਲੋਂ, ਆਖਿਆ ਪਾਤਸ਼ਾਹ ਜੀ ਬਖਸ਼ੋ ਪ੍ਰਭੂ ਆਪਣੋ ਜਾਣੀ, ਆਪਣਾ ਹੀ ਜਾਣੋ ਪਾਤਸ਼ਾਹ। ਫਿਰ ਵੀ ਤੁਹਾਡੇ ਘਰ ਦੇ ਨਾਲ ਪਿਛਲਾ ਨਾਤਾ ਹੈ, ਆਪ ਜੀ ਕਿਰਪਾ ਕਰਕੇ ਬਖਸ਼ ਲਵੋ ਭਾਈ ਦਿਆਲ ਦਾਸ ਨੂੰ। ਆਲ ਤਿਹਾਵਲ ਅਧਿਕ ਆਹਾਰਾ ਦੀਏ ਬਠਿੰਡੇ ਸਖਤ ਪਧਾਰਾ। ਆਖਿਆ ਪਾਤਸ਼ਾਹ ਜੀ ਬੜੀ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ, ਹੋਰ ਵੀ ਰਸਦ ਪਾਣੀ ਨਾਲ ਚੁੱਕੀ ਫਿਰਦਾ ਹੈ। ਤੇ ਸਤਿਗੁਰੂ ਜੀ ਜਦੋਂ ਦੇ ਆਪ ਜੀ ਇਹਦੇ ਨਗਰ ਚੋਂ ਲੰਘ ਕੇ ਗਏ ਉਦੋਂ ਦਾ ਹੀ ਨਾਲ ਨਾਲ ਸਾਰੀ ਰਸਦ ਲੈ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ ਹੈ। ਦਿਆਲ ਦਾਸ ਤਬ ਚਰਣੀ ਪਰਿਓ ਹੱਥ ਜੋੜ ਕਰ ਆਗਾ ਥਰਿਓ। ਤੇ ਜਦੋਂ ਭਾਈ ਰਾਮ ਸਿੰਘ ਰਜੋਈ ਕਰ ਰਿਹਾ ਸੀ ਉਹਨੇ ਇਸ਼ਾਰਾ ਕੀਤਾ ਦਿਆਲ ਦਾਸ ਨੂੰ, ਕਹਿੰਦਾ ਮੈਂ ਕਹਿ ਰਿਹਾ ਤੂੰ ਵੀ ਕਲਗੀਧਰ ਸਤਿਗੁਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰ, ਸਾਹਿਬਾਂ ਬਖਸ਼ ਲੈਣਾ ਹੈ। ਜਦੋਂ ਭਾਈ ਰਾਮ ਸਿੰਘ ਨੇ ਇਸ਼ਾਰਾ ਕੀਤਾ ਤੇ ਦਿਆਲ ਦਾਸ ਕਲਗੀਧਰ ਸਤਿਗੁਰਾਂ ਦੇ ਚਰਨਾਂ ਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਜਦੋਂ ਚਰਨਾਂ ਤੇ ਡਿੱਗੇ ਹੋਏ ਭਾਈ ਦਿਆਲ ਦਾਸ ਨੂੰ ਵੇਖਿਆ ਤੇ ਸਾਹਿਬ ਕਹਿੰਦੇ ਆ
ਕਹਿੰਦੇ ਆ ਭਗਤੂ ਦੀ ਕੁੱਲ ਦਾ ਮਸੰਦ ਗੱਲ ਨਹੀਂ ਮੰਨਦਾ, ਨਾਲੇ ਹੱਸੀ ਜਾਂਦੇ, ਥੋੜਾ ਜਿਹਾ ਮੁਸਕਰਾਉਂਦੇ ਆ ਸਾਹਿਬ। ਠਹਿਬੈ ਲਾਇਕ ਨਹੀਂ ਗੁਸਾਈ। ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜੀ ਖਾਣ ਲਾਇਕ ਨਹੀਂ ਪਕਵਾਨ ਬਚੇ ਹੋਣੇ ਜਿਹੜੇ ਮੈਂ ਤਿਆਰ ਕਰਕੇ ਲੈ ਕੇ ਆਇਆ ਸਾਂ। ਬਿਤੇ ਦਿਵਸ ਬਹੁ ਕਰਮ ਕਰੇ ਹੈ, ਕਰਿਓ ਸੰਗ ਵਿੱਚ ਸਖਤ ਧਰੇ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਲੰਮਾ ਸਮਾਂ ਤੁਹਾਡੇ ਨਾਲ 3-4 ਦਿਨ ਹੋ ਗਏ ਨੇ ਨਾਲ ਤੁਰਿਆ ਫਿਰਦਾ, ਤੇ ਇੰਨੀ ਦੇਰ ਪੱਕਾ ਹੋਇਆ ਪਕਵਾਨ ਜਿਹੜਾ ਉਹ ਸਲਾਮਤ ਨਹੀਂ ਬਚ ਸਕਦਾ, ਖਰਾਬ ਹੋ ਗਿਆ ਹੋਵੇਗਾ। ਸੁਣ ਪ੍ਰਭ ਕਹਿਓ ਹਮੇ ਦਿਖਰਾਵੋ, ਪੀਛੇ ਤੇ ਸਭ ਮਹਿ ਪ੍ਰਤਾਵੋ। ਸਤਿਗੁਰੂ ਸਾਹਿਬ ਮਹਾਰਾਜ ਨੇ ਇਹਦੀ ਅਰਜ਼ ਨੂੰ ਸੁਣਿਆ ਤੇ ਬਾਦਸ਼ਾਹ ਕਹਿੰਦੇ ਪਹਿਲਾਂ ਸਾਡੇ ਕੋਲ ਲੈ ਕੇ ਆ ਤੇ ਫਿਰ ਸੰਗਤ ਵਿੱਚ ਵਰਤਾ ਦੇਵੀਂ। ਕੀਰਤਕ ਲਿਆਇਓ ਗੁਰੂ ਅਗਾਰੀ। ਸਤਿਗੁਰਾਂ ਦੇ ਪਾਸ ਜਦੋਂ ਉਹ ਪਕਵਾਨ ਲੈ ਕੇ ਆਇਆ, ਮੇਰੇ ਸਾਹਿਬਾਂ ਨੇ ਉਹ ਪ੍ਰਸ਼ਾਦਾ ਵੀ ਆਪਣੇ ਹੱਥ ਵਿੱਚ ਪਕੜਿਆ। ਜਦੋਂ ਸਤਿਗੁਰੂ ਜੀ ਨੇ ਉਹ ਜਿਹੜੀ ਰਸਦ ਲੈ ਕੇ ਆਇਆ ਸੀ, ਜਦੋਂ ਉਹਦੇ ਤੇ ਕਿਰਪਾ ਦ੍ਰਿਸ਼ਟੀ ਪਾਈ ਹੈ, ਪਰ ਵੱਡੀ ਗੁਰ ਕਰੀ, ਦੇਖ ਭਗਤ ਕੀ ਪੂਰਨ ਪਰੀ। ਸਤਿਗੁਰੂ ਸਾਹਿਬ ਮਹਾਰਾਜ ਗਿਆ ਹੈ, ਮਹਿ ਲਾਇਓ ਪ੍ਰਤਾਵਨਾ, ਬਹੁ ਕਰਾਵ ਹੈ ਦੇ ਕਰ ਪ੍ਰਤਾਵਨਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਲੰਗਰ ਪ੍ਰਸ਼ਾਦਾ ਜਿਹੜਾ ਜਿੰਨਾ ਸਹੀ ਸੀ, ਉਹ ਸਾਰੇ ਦਾ ਸਾਰਾ ਸਿੰਘਾਂ ਦੇ ਵਿੱਚ ਵਰਤਾ ਦਿੱਤਾ ਤੇ ਬੜੀ ਭਾਵਨਾ ਨਾਲ ਸਿੰਘ ਛਕ ਰਹੇ ਨੇ। ਭਇਓ ਰੋਲ ਤਬ ਲੂਟ ਮਚਾਈ, ਪਰਿਓ ਖਾਲਸਾ ਲੈ ਲੈ ਧਾਈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜਿੰਨੇ ਸਿੰਘ ਦਮਦਮਾ ਸਾਹਿਬ ਹਾਜ਼ਰ ਸਨ, ਸਾਰਿਆਂ ਚ ਰੌਲਾ ਪੈ ਗਿਆ ਵੀ ਪਾਤਸ਼ਾਹ ਵਾਪਸ ਆ ਗਏ ਨਹੀਂ, ਸਤਿਗੁਰੂ ਜੀ ਵਾਪਸ ਆ ਗਏ। ਸਿੰਘਾਂ ਚ ਰੌਲਾ ਪੈ ਗਿਆ, ਸਾਰੇ ਆਏ, ਨਾਲੇ ਦਰਸ਼ਨ ਕਰਦੇ ਆ, ਨਾਲੇ ਸਤਿਗੁਰਾਂ ਦੇ ਚਰਨਾਂ 'ਚ ਫਰਿਆਦ ਕਰਦੇ ਨੇ, ਨਾਲੇ ਭਾਈ ਦਇਆਲ ਦਾਸ ਵੱਲੋਂ ਲਿਆਂਦਾ ਹੋਇਆ ਲੰਗਰ ਛਕਦੇ ਹਨ। ਆਪੇ ਆਪ ਸਗਲ ਲੈ ਗਏ, ਸਤਿਗੁਰ ਹੇਰ ਹੇਰ ਵਿਕਸਏ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਆ, ਪ੍ਰਸੰਨ ਹੁੰਦੇ ਨੇ ਸੰਗਤਾਂ ਵੱਲ ਵੇਖ ਕੇ ਵੀ, ਭਾਈ ਦਇਆਲ ਦਾਸ ਦੀ ਸੇਵਾ ਵੱਲ ਤੱਕਦਿਆਂ ਹੋਇਆਂ ਵੀ। ਕੀਰਤਕ ਦੇਰ ਪਿਛੇ ਸਿੱਖ ਆਏ, ਹੁੰਦੇ ਪੰਚ ਦਸ ਨਹਿ ਕੁਛ ਖਾਏ। ਜਦੋਂ ਸਾਰੇ ਸਿੱਖ ਪ੍ਰਸ਼ਾਦਾ ਛਕ ਰਹੇ ਸਨ, ਕੁਝ ਕੁ ਸਿੱਖ ਜਿਹੜੇ ਜਿਨ੍ਹਾਂ ਦੀ ਗਿਣਤੀ 7, 8, 10 ਜਾਣੇ ਸੀ, ਉਹ ਕਿਤੇ ਬਾਹਰ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਇੱਕ ਗੁਰ ਕਹਿਓ ਜਾਹੋ ਇਸ ਕਾਲਾ, ਦਇਆਲ ਦਾਸ ਕੋ ਕਹਿ ਲਿਓ ਪਾਲਾ। ਇਹ ਦੂਰੋਂ ਚੱਲ ਕੇ ਆਏ, ਆ ਕੇ ਕਲਗੀਧਰ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ। ਪਾਤਸ਼ਾਹ ਕਹਿੰਦੇ ਲੰਗਰ ਵਰਤ ਲਿਆ ਭਾਈ, ਪਹਿਲਾਂ ਪ੍ਰਸ਼ਾਦਾ ਛਕ ਲਵੋ। ਗਏ ਕਹੇ ਦੇਹੁ ਦੇਵ ਹਮਾਰੀ, ਗੌਰੇ ਸੋਤਰ ਤਬ ਸ਼ਾਪ ਉਤਾਰੀ। ਤੇ ਉਸ ਵੇਲੇ ਜਦੋਂ ਜਾ ਕੇ ਗੌਰੇ ਦੇ ਪੁੱਤਰ ਭਾਵ ਭਾਈ ਭਗਤੂ ਦੇ ਪੋਤਰੇ ਗੌਰੇ ਆ ਕੇ ਕਹਿੰਦੇ ਆ ਵੀ ਸਾਡਾ ਪ੍ਰਸ਼ਾਦਾ, ਓਨੀ ਦੇਰ ਨੂੰ ਪ੍ਰਸ਼ਾਦਾ ਜਿਹੜਾ ਉਹ ਮਨਫੀ ਹੋ ਗਿਆ, ਪ੍ਰਸ਼ਾਦਾ ਜਿਹੜਾ ਉਹ ਚਾਲਾ ਪਾ ਗਿਆ, ਪ੍ਰਸ਼ਾਦਾ ਵਰਤ ਚੁੱਕਾ ਸੀ। ਤੇ ਜਦੋਂ ਇਹਨਾਂ ਨੇ ਜਾ ਕੇ ਆਖਿਆ ਭਈ ਅਸਾਂ ਪ੍ਰਸ਼ਾਦਾ ਛਕਣਾ, ਤੇ ਸਾਹਿਬਾਂ ਨੇ ਤੇਰੇ ਵੱਲ ਭੇਜਿਆ ਹੈ। ਭੇਜੇ ਹੋਏ ਸਿੱਖਾਂ ਨੂੰ ਇਸ ਭਾਈ ਦਇਆਲ ਦਾਸ ਨੇ ਆਪਣੀ ਇੱਕ ਛਾਪ ਲਾ ਕੇ ਦੇ ਦਿੱਤੀ। ਕਹਿਣ ਲੱਗਾ ਕਿ ਪ੍ਰਸ਼ਾਦਾ ਤੇ ਹੁਣ ਜਿਹੜਾ ਵਾ ਉਹ ਵਾਧੇ ਪੈ ਗਿਆ ਹੈ, ਤੇ ਤੁਸੀਂ ਆ ਮੇਰੀ ਛਾਪ ਲੈ ਜਾਓ ਤੇ ਬਾਹਰੋਂ ਕੋਈ ਰਸਦ ਪਾਣੀ ਲੈ ਕੇ ਤੁਸੀਂ ਛਕਣਾ ਕਰ ਲਵੋ। ਏਕ ਤੁਰੰਤਮਾ ਏਕ ਦੁਸ਼ਾਲਾ, ਦਇਆਲ ਦਾਸ ਦੀਨਸ ਤਿਸ ਕਾਲਾ। ਉਸ ਵੇਲੇ ਫਿਰ ਭਾਈ ਦਇਆਲ ਦਾਸ ਨੇ ਨਾਲੇ ਸਾਰੇ ਸਿੱਖਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਤ੍ਰਿਪਤ ਕੀਤਾ, ਨਾਲੇ ਕਲਗੀਧਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖੀ ਹੈ। ਬਖਸ਼ ਮਿਲਾਇਓ ਸੰਗਤ ਮਾਹੀ, ਰਹਿਓ ਸੰਗ ਸੇਵਾ ਕਰ ਪਾਹੀ। ਭਾਈ ਦਇਆਲ ਦਾਸ ਨੇ ਇੱਕ ਘੋੜਾ, ਇੱਕ ਦੁਸ਼ਾਲਾ ਤੇ ਕੁਝ ਮਾਇਆ ਜਿਹੜੀ ਆ ਉਸ ਵੇਲੇ ਦਿੱਤੀ, ਤੇ ਸਤਿਗੁਰਾਂ ਨੇ ਬਖਸ਼ ਲਿਆ। ਖੰਡੇ ਬਾਟੇ ਦੀ ਪੌਲ ਛਕਾ ਕੇ ਤੇ ਦੁਬਾਰਾ ਸੰਗਤ ਵਿੱਚ ਉਹਦਾ ਮਿਲਾਪ ਕਰਵਾ ਦਿੱਤਾ, ਟੁੱਟੀ ਗੰਢ ਲਈ। ਇਸ ਤੋਂ ਅਗਲੇਰਾ ਇਤਿਹਾਸ ਅਗਲੇ ਦੀਵਾਨ ਵਿੱਚ ਰਲ ਮਿਲ ਕੇ ਵਿਚਾਰਾਂਗੇ। ਅੱਜ ਦੀ ਕਥਾ ਵਾਰਤਾ ਵਿਚਾਰਾਂ ਦੀ ਸਾਂਝ ਪਾਉਂਦੇ ਆ, ਇਤਿਹਾਸ ਸਾਂਝਾ ਕਰਦੇ ਆ। ਬੇਅੰਤ ਪ੍ਰਕਾਰ ਦੀ ਹੋਈ ਭੁੱਲ ਚੁੱਕ ਦੀ ਖਿਮਾ। ਗੁਰੂ ਚਰਨਾਂ 'ਚ ਅਰਦਾਸ ਕਰਿਓ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਆਪਣੀ ਵਿਥਿਆ ਆਪਣਾ ਇਤਿਹਾਸ ਆਪ ਹੀ ਰਹਿਮਤ ਕਰਕੇ ਅਖਵਾਲਿਆ ਕਰਨਾ। ਉਹ ਥੋੜਾ ਜਿਹਾ ਸਮਾਂ ਸਿਮਰਨ 'ਚ ਹਾਜ਼ਰੀ ਲਾਈਏ, ਕੋਈ ਰਸਨਾ ਵਾਂਢੀ ਨਾ ਰਹੇ, ਸਾਰੇ ਕਿਰਪਾ ਕਰਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।